ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੈਂਡੀ ਬੰਦਿਸ਼ ਮੈਂ ਕੋਇ ਨ ਡਿਠਾ, ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ। ਜੈ ਮਿਲ ਕੰਤ ਪਛਾਣਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਮਾਰੂ ਮਹਿਲਾ ਪੰਜਵਾ। ਬਿਰਖੈ ਹੇਠ ਸਭ ਜੰਤ ਇਕੱਠੇ, ਇਕ ਤੱਤੇ ਇਕ ਬੋਲਨ ਮਿੱਠੇ। ਅਸਤ ਅਦੋਤ ਭਇਆ ਉਠ ਚੱਲੇ, ਜਿਉ ਜਿਉ ਔਦ ਵਿਹਾਣੀਆਂ। ਬਿਰਖੈ ਹੇਠ ਸਭ ਜੰਤ ਇਕੱਠੇ, ਇਕ ਤੱਤੇ ਇਕ ਬੋਲਨ ਮਿੱਠੇ। ਅਸਤ ਅਦੋਤ ਭਇਆ ਉਠ ਚੱਲੇ, ਜਿਉ ਜਿਉ ਔਦ ਵਿਹਾਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗਾ ਟਲ, ਹਲਤ ਪਲਤ ਦੇ ਸਵਾਰਨਹਾਰ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਆ। ਸਾਨੂੰ ਸਾਰਿਆਂ ਨੂੰ ਆਪਣੀ ਪਵਿੱਤਰ ਪਾਵਨ ਗੋਦ 'ਚ ਬਿਠਾਇਆ, ਆਪਣੀ ਸੰਗਤ ਬਖਸ਼ੀ ਆ। ਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਆ, ਜੋ ਕਿਰਪਾ ਕਰਕੇ ਸਮਾਗਮ ਸਾਨੂੰ ਬਖਸ਼ਿਆ ਵਾਹਿਗੁਰੂ ਨੇ। ਸ਼ਬਦ ਸੁਰਤ ਸਮਾਗਮ ਆ, ਸਾਡਾ ਗੁਰੂ ਸ਼ਬਦ ਆ, ਸ਼ਬਦ ਗੁਰੂ ਆ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸੁਰਤ ਦਾ ਮਤਲਬ ਆ ਸੁਰਤੀ, ਸਾਡਾ ਧਿਆਨ, ਸਿੱਖ ਦਾ ਜਿਹੜਾ ਧਿਆਨ ਆ ਸੋ ਉਹੀ ਚੇਲਾ ਬਣਦਾ ਆ। ਜਿਹੜਾ ਸ਼ਬਦ ਆ ਉਹ ਗੁਰੂ ਆ, ਸ਼ਬਦ ਨੇ ਹੀ ਰਾਹ ਦਿਖਾਉਣਾ ਆ। ਸਾਡੀ ਸੁਰਤੀ ਨੇ, ਸਾਡੇ ਧਿਆਨ ਨੇ ਪਿੱਛੇ ਪਿੱਛੇ ਜਾਣਾ ਹੈ ਸ਼ਬਦ ਦੇ, ਤੇ ਇਸੇ ਸ਼ਬਦ ਨੇ ਗੁਰੂ ਪਾਤਸ਼ਾਹ ਦੇ ਨੇ ਸਾਨੂੰ ਸੱਚਖੰਡ ਲੈ ਜਾਣਾ ਆ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਕੋਈ ਵਿਰਲਾ ਵਿਚਾਰਦਾ ਆ, ਜੇ ਕੋਈ ਗੁਰਮੁਖ ਹੋਏ ਭਾਵ ਗੁਰੂ ਦੀ ਮੱਤ ਤੇ ਤੁਰਦਾ ਆ, ਗੁਰੂ ਵਾਲਾ ਬਣਦਾ ਆ, ਗੁਰੂ ਪਾਤਸ਼ਾਹ ਦੇ ਚਰਨੀ ਲੱਗਦਾ ਆ, ਗੁਰੂ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਕਰਦਾ ਆ, ਆਪਣੇ ਮਨ 'ਚ ਬੜੇ ਪਿਆਰ ਨਾਲ ਵਿਚਾਰ ਕੇ ਸਮਝਦਾ ਆ। ਇਹ ਬਾਣੀ ਮਹਾਂਪੁਰਖ ਦੀ, ਇਹ ਬਾਣੀ ਆ ਗੁਰੂ ਨਾਨਕ ਪਾਤਸ਼ਾਹ ਦੀ, ਮਹਾਂਪੁਰਖ ਦੀ। ਨਿਜ ਘਰ ਵਾਸਾ ਹੋਏ ਤੇ ਨਿਜ ਘਰ ਲੈ ਜਾਂਦੀ ਆ, ਸੱਚਖੰਡ ਲੈ ਜਾਂਦੀ ਆ। ਸੱਚਖੰਡ ਦਾ ਸਾਰਾ ਰਾਹ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਆ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਵੱਡੇ ਭਾਗਾਂ ਨਾਲ ਸਾਨੂੰ ਇਹੋ ਜਿਹਾ ਗੁਰੂ ਮਿਲਿਆ ਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਸਾਨੂੰ ਭੁੱਲਿਆ ਹੋਇਆਂ ਨੂੰ, ਭਟਕਿਆ ਹੋਇਆਂ ਨੂੰ ਸਹੀ ਰਾਹ ਦਿਖਾਉਂਦੇ ਆ। ਸਾਰਾ ਸੰਸਾਰ ਹੀ ਭੁੱਲਾ ਆ, ਇੱਕ ਦੋ ਨਹੀਂ ਭੁੱਲਾ ਕੋਈ, ਸਾਰੇ ਹੀ ਭੁੱਲੇ ਹੋਏ ਆ। ਤੇ ਗੁਰੂ ਪਾਤਸ਼ਾਹ ਤੋਂ ਬਿਨਾਂ ਕਿਸੇ ਨੂੰ ਵੀ ਕੁਝ ਵੀ ਸਮਝ ਨਹੀਂ ਆਉਂਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਪਾਤਸ਼ਾਹ ਤੋਂ ਬਿਨਾਂ ਘੁੱਪ ਹਨੇਰਾ ਰਹਿੰਦਾ ਆ ਜ਼ਿੰਦਗੀ ਦੇ ਵਿੱਚ। ਬਾਹਰ ਭਾਵੇਂ ਜਿੰਨਾ ਮਰਜ਼ੀ ਚਾਨਣ ਹੋਏ, ਜੇ 100 ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਪਾਤਸ਼ਾਹ ਕਹਿੰਦੇ ਬਾਹਰ ਭਾਵੇਂ 100 ਚੰਦਰਮਾ ਚੜ੍ਹ ਆਏ, 1000 ਸੂਰਜ ਚੜ੍ਹ ਜਾਏ, ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਸਾਡੇ ਅੰਦਰ ਹਨੇਰਾ ਹੀ ਰਹਿਣਾ ਆ। ਭਾਵ
ਅੰਦਰ ਅਗਿਆਨਤਾ ਦਾ ਹਨੇਰਾ ਹੀ ਰਹਿਣਾ ਆ। ਸਾਨੂੰ ਅੰਦਰੋਂ ਨਹੀਂ ਸਮਝ ਪੈਣੀ ਕੀ ਕਰਨਾ ਚਾਹੀਦਾ ਆ, ਕੀ ਨਹੀਂ ਕਰਨਾ, ਅਸੀਂ ਕੀ ਕਰਨ ਆਏ ਆ ਦੁਨੀਆ ਦੇ ਵਿੱਚ, ਕੀ ਕਰ ਰਹੇ ਆ, ਸਾਨੂੰ ਕੁਝ ਵੀ ਪਤਾ ਨਹੀਂ ਲੱਗਣਾ। ਗੁਰੂ ਪਾਤਸ਼ਾਹ ਤੋਂ ਬਿਨਾਂ ਕਿਸੇ ਨੇ ਨਹੀਂ ਸਮਝਾਉਣਾ, ਨਾ ਕੋਈ ਸਮਝਾ ਸਕਦਾ ਆ। ਸੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਕਿਰਪਾ ਕਰਕੇ ਜਿਹੜਾ ਸਾਨੂੰ ਸੱਚਖੰਡ ਦਾ ਰਾਹ ਦਿਖਾਉਂਦੇ ਆ, ਬਖਸ਼ਿਸ਼ ਕਰਕੇ ਸਾਨੂੰ ਗੱਲ ਸਮਝਾਉਂਦੇ ਆ, ਕਿਉਂਕਿ ਸਾਨੂੰ ਪਤਾ ਨਹੀਂ ਅਸੀਂ ਕਿੱਥੋਂ ਆਏ ਆ। ਕਤ ਕੀ ਮਾਈ ਬਾਪ ਕਤ ਕੇਰਾ, ਕਿਦੋਂ ਥਾਵੋਂ ਹਮ ਆਏ। ਸਾਡੀ ਮਾਂ ਕਦੋਂ ਦੀ ਆ, ਪਿਓ ਕਦੋਂ ਦਾ ਆ, ਅਸੀਂ ਕਿੱਥੋਂ ਆਏ ਆ। ਅਗਨ ਬਿੰਬ ਜਲ ਭੀਤਰ ਨਿਵਜੇ, ਕਾਹੇ ਕਾਮੋ ਪਾਏ। ਸੋ ਸਾਨੂੰ ਵਾਹਿਗੁਰੂ ਨੇ ਕਿਵੇਂ ਪੈਦਾ ਕੀਤਾ ਆ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਹੀ ਗੁਰੂ ਪਾਤਸ਼ਾਹ ਕਹਿੰਦੇ, ਪਾਣੀ ਦੀ ਇੱਕ ਬੂੰਦ। ਸੋ ਕਿਹੋ ਜਿਹਾ ਕਿੰਨਾ ਸੋਹਣਾ ਦਿਸ ਰਿਹਾ ਆ। ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹਰਾ ਕਰਿਆ। ਪਾਣੀ ਦੀ ਇੱਕ ਬੂੰਦ ਤੋਂ, ਮਿੱਟੀ ਤੋਂ ਹੀ ਵਾਹਿਗੁਰੂ ਨੇ ਤੇਰਾ ਸਰੀਰ ਬਣਾ ਦਿੱਤਾ। ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਤੈਨੂੰ ਸੁਰਤ ਸਮਝ ਬਖਸ਼ੀ ਆ ਵਾਹਿਗੁਰੂ ਨੇ। ਮਾਂ ਦੇ ਗਰਭ ਚ ਵਾਹਿਗੁਰੂ ਨੇ ਤੈਨੂੰ ਰੱਖਿਆ ਆ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਸਿਮਰਨ ਦੇ ਕੇ ਵਾਹਿਗੁਰੂ ਨੇ ਬਚਾਇਆ ਤੈਨੂੰ। ਸੋ ਰੱਖਣਹਾਰ ਸਮਾਰ ਜਨਾ, ਰੱਖਣਹਾਰ ਵਾਹਿਗੁਰੂ ਨੂੰ ਵੀ ਚੇਤੇ ਕਰ ਲਾ ਮਨ। ਸਗਲੇ ਛੋੜ ਵਿਚਾਰ ਬਣਾ, ਹੋਰ ਸਾਰੀਆਂ ਸਲਾਵਾਂ ਸਾਰੇ ਵਿਚਾਰ ਛੱਡ ਕੇ ਉਹ ਰੱਖਣਹਾਰ ਵਾਹਿਗੁਰੂ ਨੂੰ ਵੀ ਚੇਤੇ ਕਰ ਲਾ, ਉਹਨੂੰ ਵੀ ਯਾਦ ਕਰ ਲਿਆ ਕਰ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਿਰ ਬਿਰਖ ਜੋਇਓ। ਕਈ ਜਨਮਾਂ ਦੀ ਗੱਲ ਗੁਰੂ ਪਾਤਸ਼ਾਹ ਕਰ ਰਹੇ। ਕਿੱਥੋਂ ਆਏ ਆਪਾਂ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਸ ਜਰੀਆ। ਵਾਹਿਗੁਰੂ ਹੁਣ ਮਿਲ, ਹੁਣ ਮਿਲਣ ਦੀ ਵਾਰੀ ਆ। ਬੜੇ ਚਿਰਾਂ ਬਾਅਦ ਸਾਨੂੰ ਇਹ ਮਨੁੱਖਾ ਜਨਮ, ਇਹ ਮਨੁੱਖਾ ਸਰੀਰ ਮਿਲਿਆ ਆ। ਰੋਜ਼ ਗੁਰੂ ਪਾਤਸ਼ਾਹ ਹਰ ਰੋਜ਼ ਸਾਨੂੰ ਚੇਤੇ ਕਰਾਉਂਦੇ ਆ ਸੋਦਰ ਦੇ ਵਿੱਚ, ਭਈ ਪ੍ਰਾਪਤ ਮਾਨਕ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਪੁੱਤਰ ਇਹ ਮਨੁੱਖਾ ਦੇਹ ਤੈਨੂੰ ਪ੍ਰਾਪਤ ਹੋਈ ਆ। ਵਾਹਿਗੁਰੂ ਨੂੰ ਮਿਲਣ ਲਈ ਇੱਕ ਵਾਰੀ ਮਿਲੀ ਆ ਤੈਨੂੰ, ਇੱਕ ਮੌਕਾ ਮਿਲਿਆ ਆ। ਚਿਰੰਕਾਲ ਇਹ ਦੇਹ ਸੰਜਰੀ ਆ, ਬੜੇ ਚਿਰਾਂ ਬਾਅਦ ਇਹ ਦੇਹ ਮਿਲੀ ਆ, ਇਹ ਮੌਕਾ ਮਿਲਿਆ ਆ। ਕਿੱਥੋਂ ਆਏ ਆਪਾਂ, ਕਈ ਜਨਮ ਭਟਕਦੇ ਹੋਏ ਜੁਨਾਂ ਚੋਂ ਹੀ ਆਏ ਆ। ਹੁਣ ਇੱਕ ਮੌਕਾ ਮਿਲਿਆ ਵਾਹਿਗੁਰੂ ਨੂੰ ਮਿਲਣ ਦਾ। ਵਵੇ ਵਾਰੀ ਆਈ ਆ ਮੁੜੇ, ਵਾਸਦੇਵ ਤੁਧ ਵਿਸਰਿਆ। ਇਹ ਵੇਲਾ ਨਾ ਲੈਸੇ ਮੂੜੇ, ਫਿਰ ਤੂੰ ਜੰਮ ਕੇ ਵਸ ਪਿਆ। ਗੁਰੂ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਹੁਣ ਤੈਨੂੰ ਮੌਕਾ ਮਿਲਿਆ, ਵਾਰੀ ਮਿਲੀ ਆ, ਮਨੁੱਖਾ ਸਰੀਰ ਮਿਲਿਆ। ਹੁਣ ਤਾਂ ਤੈਨੂੰ ਵਾਹਿਗੁਰੂ ਭੁੱਲਾ ਹੋਇਆ। ਅੰਮ੍ਰਿਤ ਛਕਣ ਨੂੰ ਤਿਆਰ ਨਹੀਂ, ਗੁਰੂ ਪਾਤਸ਼ਾਹ ਦੇ ਚਰਨੇ ਨਹੀਂ ਲੱਗਾ, ਅੰਮ੍ਰਿਤ ਵੇਲੇ ਨਹੀਂ ਉੱਠਦਾ, ਵਾਹਿਗੁਰੂ ਨਹੀਂ ਕਰਦਾ, ਕਦੇ ਵਾਹਿਗੁਰੂ ਦਾ ਨਾਮ ਜਪਿਆ ਨਹੀਂ, ਬਾਣੀ ਦੀ ਕਦੇ ਵਿਚਾਰ ਹੀ ਨਹੀਂ ਕੀਤੀ, ਵਾਹਿਗੁਰੂ ਭੁੱਲਾ ਹੋਇਆ ਆ। ਵਵੇ ਵਾਰੀ ਆਈ ਆ ਮੂੜੇ, ਵਾਸਦੇਵ ਤੁਧ ਵਿਸਰਿਆ। ਇਹ ਵੇਲਾ ਨਾ ਲੈਸੇ ਮੂੜੇ। ਇਹ ਵੇਲਾ ਭਾਵ ਇਹ ਮਨੁੱਖਾ ਸਰੀਰ ਦੁਬਾਰੇ ਨਹੀਂ ਮਿਲਣਾ, ਫਿਰ ਤੂੰ ਜੰਮ ਕੇ ਵਸ ਪਿਆ। ਫਿਰ ਤੂੰ ਉੱਥੇ ਨਰਕਾਂ 'ਚ ਜਾਏਗਾ, ਜਮਾਂ ਦੇ ਵਸ ਪੈ ਜਾਣਾ ਆ। ਫਿਰ ਇਹ ਮੌਕਾ ਤੈਨੂੰ ਦੁਬਾਰੇ ਨਹੀਂ ਮਿਲਣਾ। ਇੱਕੋ ਹੀ ਮੌਕਾ ਆ। ਗੁਰੂ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਜੋ ਦਿੱਤਾ ਆ। ਕਿੱਥੋਂ ਆਏ ਆ, ਕੀ ਕਰਨ ਆਏ ਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਜਿੰਨੇ ਵੀ ਕੰਮ ਆ ਇਹ ਤੇਰੇ ਕਿਸੇ ਕੰਮ ਨਹੀਂ ਆਉਣੇ। ਇੱਥੇ ਸਰੀਰ ਦੇ, ਪਰਿਵਾਰ ਦੇ ਇੱਥੇ ਕੰਮ ਆਉਣਗੇ, ਪਰ ਇਹ ਤੇਰੇ ਕੰਮ ਨਹੀਂ ਹੈਗੇ। ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਵਿਖੇ ਜੰਜਾਲ। ਗੁਰੂ ਪਾਤਸ਼ਾਹ ਕਹਿੰਦੇ ਰਾਜ ਭਾਗ ਦੇ ਮਾਲ ਇਕੱਠਾ ਕਰਨ ਵਾਲੇ ਕੰਮ ਤੇਰੇ ਨਹੀਂ ਹੈਗੇ, ਇਹ ਮਾਇਆ ਦੇ ਜੰਜਾਲ ਨਹੀਂ ਆ ਤੇਰੇ। ਤੂੰ ਧਿਆਨ ਨਾਲ ਸਮਝ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਚ ਮਿਲ ਕੇ ਰੋਜ਼ ਗੁਰਦੁਆਰੇ ਆਇਆ ਕਰ, ਗੁਰੂ ਪਾਤਸ਼ਾਹ ਦੀ ਗੋਦ ਚ ਬਹਿ ਕੇ ਵਾਹਿਗੁਰੂ ਦਾ ਨਾਮ ਜਪ। ਕੇਵਲ ਸਿਰਫ ਵਾਹਿਗੁਰੂ ਦਾ ਨਾਮ ਜਪਿਆ ਕਰ। ਸੋ ਆਪਾਂ ਕਰ ਨਹੀਂ ਰਹੇ, ਆਪਾਂ ਜਪ ਹੀ ਨਹੀਂ ਰਹੇ, ਸਾਨੂੰ ਪਤਾ ਹੀ ਨਹੀਂ ਆ ਕਰਨ ਕੀ ਆਏ ਆ ਇੱਥੇ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਜਿਹੜਾ ਅੰਮ੍ਰਿਤ ਦਾ ਖਜ਼ਾਨਾ ਲੈਣ ਵਾਸਤੇ ਇੱਥੇ ਦੁਨੀਆ ਤੇ ਆਏ ਆ, ਉਹ ਅੰਮ੍ਰਿਤ ਦੀ ਦਾਤ ਗੁਰੂ ਪਾਤਸ਼ਾਹ ਕੋਲ ਆ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ। ਸਾਰੇ ਵੇਸ ਭੇਖ ਦਿਖਾਵੇ ਛੱਡ ਕੇ, ਚਤੁਰਾਈਆਂ ਸਿਆਣਪਾਂ ਛੱਡ ਕੇ, ਦੁਬਿਧਾ ਛੱਡ ਕੇ। ਇਹ ਦੁਬਿਧਾ ਕਿਸੇ ਪਾਸੇ ਲੱਗਣ ਨਹੀਂ ਦਿੰਦੀ। ਮੈਂ ਗੁਰੂ ਪਾਤਸ਼ਾਹ ਦਾ ਪੁੱਤਰ ਬਣ ਜਾ ਕਿ ਨਾ ਬਣਾ, ਗਾਂ ਥੋੜਾ ਠਹਿਰ ਕੇ ਬਣ ਜਾਊਗਾ, ਦੁਬਿਧਾ ਆ। ਇੱਕ ਮਨ ਤੇ ਕਹਿੰਦਾ ਆ ਚਰਨੀ ਲੱਗ ਜਾਣਾ ਚਾਹੀਦਾ, ਗੁਰੂ ਪਾਤਸ਼ਾਹ ਦਾ ਸਿਰ ਤੇ ਹੱਥ ਰਖਾਉਣਾ ਚਾਹੀਦਾ ਆ, ਗੁਰੂ ਸਾਹਿਬ ਦੇ ਪੁੱਤਰ ਬਣ ਜਾਈਏ, ਸਾਹਿਬਜ਼ਾਦੇ ਬਣ ਜਾਈਏ। ਦੂਜਾ ਮਨ ਰੋਕੀ ਜਾਂਦਾ ਆ, ਦੁਬਿਧਾ ਇਹ ਫਲ ਨਾ ਹੀ ਜੀਓ। ਸੋ ਇਹ ਦਾਤ ਇਹਨੇ ਲੈਣ ਨਹੀਂ ਦੇਣੀ ਦੁਬਿਧਾ ਨੇ। ਗੁਰੂ ਪਾਤਸ਼ਾਹ ਕਹਿੰਦੇ ਸਾਰਾ ਛੱਡ ਕੇ, ਦੁਬਿਧਾ ਵੇਸ ਭੇਖ ਚਤੁਰਾਈ ਛੱਡ ਕੇ ਗੁਰੂ ਪਾਤਸ਼ਾਹ ਕੋਲੋਂ ਦਾਤ ਲੈ ਲਓ। ਜਿਸ ਵਖਰ ਕੋ ਲੈਣ ਤੂੰ ਆਇਆ, ਜਿਹੜਾ ਸੌਦਾ ਲੈਣ ਤੂੰ ਇੱਥੇ ਦੁਨੀਆ ਤੇ ਆਇਆ ਆ, RAM ਨਾਮ ਸੰਤਨ ਕਰ ਪਾਇਆ। ਇਹ ਵਾਹਿਗੁਰੂ ਦੇ ਨਾਮ ਦਾ ਸੌਦਾ ਆ। ਇਹ ਗੁਰਦੁਆਰਿਓਂ ਮਿਲਣਾ ਆ, ਗੁਰੂ ਪਾਤਸ਼ਾਹ ਤੇ ਗੁਰੂ ਨਾਨਕ ਦੇ ਘਰੋਂ ਮਿਲਣਾ ਆ। ਤਾਜ ਅਭਿਮਾਨ ਲਿਓ ਮਨ ਮੋਲ, RAM ਨਾਮ ਹਿਰਦੇ ਮੈਂ ਤੋਲ। ਸਾਰਾ ਅਹੰਕਾਰ ਛੱਡ ਕੇ, ਆਪਣਾ ਮਨ ਦੀ ਮੱਤ ਛੱਡ ਕੇ, ਗੁਰੂ ਪਾਤਸ਼ਾਹ ਨੂੰ ਮਨ ਸੌਂਪ ਕੇ ਗੁਰੂ ਪਾਤਸ਼ਾਹ ਕੋਲੋਂ ਇਹ ਸੌਦਾ ਲੈ ਲਾ। RAM ਨਾਮ ਹਿਰਦੇ ਮੈਂ ਤੋਲ, ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰ ਆਪਣੇ ਅੰਦਰ ਹਿਰਦੇ ਦੇ ਵਿੱਚ। ਲਾਦ ਖੇਪ ਸੰਤਾਂ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਇਹ ਬਾਕੀ ਸਾਰੇ ਮਾਇਆ ਦੇ ਜੰਜਾਲ ਝਮੇਲੇ ਛੱਡ ਕੇ ਵਾਹਿਗੁਰੂ ਵਾਹਿਗੁਰੂ ਨਾਮ ਧੰਦਾ ਇਹ ਸੌਦਾ ਲੱਦ, ਇਹ ਲੈ ਕੇ ਜਾ। ਇਹ ਲੈਣ ਤੂੰ ਆਇਆ ਆ। ਸਾਨੂੰ ਤਾਂ ਨਹੀਂ ਪਤਾ ਕਿ ਅਸੀਂ ਨਾਮ ਜਪਣ ਆਏ ਆ, ਸੰਗਤ ਕਰਨ ਆਏ ਆ ਦੁਨੀਆ ਤੇ, ਅੰਮ੍ਰਿਤ ਦੀ ਦਾਤ ਲੈਣ ਆਏ ਆ। ਕੌਣ ਦੱਸ ਰਿਹਾ ਆ? ਆਪ ਵਾਹਿਗੁਰੂ ਦੱਸ ਰਿਹਾ। ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟਾਕ ਸੁਣਾਇਆ। ਗੁਰੂ ਗ੍ਰੰਥ ਸਾਹਿਬ ਵਿੱਚ ਤੇ ਆਪ ਵਾਹਿਗੁਰੂ ਆ, ਆਪ ਰੱਖਿਓ ਨਾ। ਵਾਹਿਗੁਰੂ ਨੇ ਆਪਾ ਆਪ ਟਿਕਾਇਆ ਹੋਇਆ ਆ। ਦਸਾਂ ਪਾਤਸ਼ਾਹੀਆਂ ਦੀ ਜੋਤ ਆ। ਸੋ ਵਾਹਿਗੁਰੂ ਦੀ ਜੋਤ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਵਾਹਿਗੁਰੂ ਦੱਸ ਰਿਹਾ ਤੂੰ ਕੀ ਕਰਨ ਆਇਆ ਇੱਥੇ, ਤੇਰਾ ਜਨਮ ਕਿਉਂ ਹੋਇਆ ਆ। ਮੌਤ ਵੀ ਹੋਊਗੀ ਤੇ ਮੌਤ ਤੋਂ ਬਾਅਦ ਕਿੱਥੇ ਜਾਏਗਾ? ਤਨ ਛੁੱਟੇ ਮਨ ਕਹਾਂ ਸਮਾਈ। ਜਦੋਂ ਤੇਰਾ ਤਨ ਛੁੱਟ ਜਾਊਗਾ ਫਿਰ ਤੂੰ ਕਿੱਥੇ ਜਾਏਗਾ? ਇਹ ਤੇ ਕੁਝ ਸਮੇਂ ਲਈ ਤੈਨੂੰ ਸਰੀਰ ਦਿੱਤਾ ਆ। ਜੈਸੇ ਜਲ ਤੇ ਬੁੱਧ ਬੁਧਾ ਉਪਜੇ ਬਿਨ ਸੇ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ। ਏਦਾਂ ਦੀ ਆ ਜਗਤ ਤੇ ਰਚਨਾ, ਜਿਵੇਂ ਪਾਣੀ ਤੇ ਬੁਲਬੁਲ ਆਇਆ। ਫਿਰ ਤੂੰ ਕਿੱਥੇ ਜਾਏਗਾ? ਸੋ ਹੁਣ ਤੈਨੂੰ ਗੁਰੂ ਪਾਤਸ਼ਾਹ ਸਮਝਾ ਰਹੇ ਆ। ਗੁਰੂ ਪਾਤਸ਼ਾਹ ਦਾ ਪੁੱਤਰ ਬਣ, ਗੁਰੂ ਪਾਤਸ਼ਾਹ ਕੋਲੋਂ ਦਾਤ ਲੈ, ਭਗਤੀ ਕਰਿਆ ਕਰ। ਜਿਹੜਾ ਕੰਮ ਕਰਨ ਆਇਆ ਆ। ਲਾਦ ਖੇਪ ਸੰਤਾਂ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧੰਨ ਧੰਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਵਾਹਿਗੁਰੂ ਦੀ ਦਰਗਾਹ ਹੀ ਤੇਰਾ ਮੁਖ ਉਜਵਲਾ ਹੋਊਗਾ। ਸਾਰੇ ਤੈਨੂੰ ਧੰਨ ਧੰਨ ਕਹਿਣਗੇ ਜੇ ਇਹ ਕੰਮ ਕਰੇਗਾ ਤੇ। ਜੇ ਨਹੀਂ ਕਰੇਗਾ ਫਿਰ ਕੀ ਹੋਊਗਾ ਉਹ ਵੀ ਦੱਸਿਆ ਬਾਣੀ ਦੇ ਵਿੱਚ। ਸਾਰਾ ਕੁਝ ਸਮਝਾਇਆ ਗੁਰੂ ਪਾਤਸ਼ਾਹ ਨੇ, ਇੱਕ ਇੱਕ ਗੱਲ ਦੱਸੀ ਆ ਸਾਨੂੰ। ਬਸ ਘਾਟ ਇਹ ਆ ਕਿ ਅਸੀਂ ਕਦੇ ਬਾਣੀ ਦੀ ਵਿਚਾਰ ਨਹੀਂ ਕੀਤੀ, ਨਾ ਹੀ ਸਾਨੂੰ ਕਿਸੇ ਨੇ ਬਾਣੀ ਵਿਚਾਰ ਕੇ ਗੱਲ ਸਮਝਾਈ ਹੈ ਗੁਰਦੁਆਰੇ ਵੀ ਭਾਈ ਤੁਸੀਂ ਕੀ ਕਰਨਾ ਹੈ, ਕੀ ਕਰ ਰਹੇ ਨਹੀਂ। ਪਹਿਲੀ ਗੱਲ ਤੇ ਕੋਈ ਗੁਰਦੁਆਰੇ ਆਉਂਦਾ ਹੀ ਨਹੀਂ। ਜੇ ਕੋਈ ਆਉਂਦਾ ਆ ਉਹ ਵੀ ਮੱਥਾ ਟੇਕ ਕੇ ਬਸ ਪ੍ਰਸ਼ਾਦ ਲੈ ਕੇ ਘਰ ਨੂੰ ਚਲਾ ਜਾਂਦਾ ਆ। ਸੋ ਬਾਣੀ ਪੜ੍ਹਦਾ ਨਹੀਂ, ਸੁਣਦਾ ਨਹੀਂ, ਵਿਚਾਰਦਾ ਨਹੀਂ, ਸਮਝਦਾ ਨਹੀਂ, ਤੇ ਗੱਲ ਸਾਨੂੰ ਕਿੱਥੋਂ ਸਮਝ ਲੱਗਣੀ ਆ। ਸੋ ਤਾਂ ਕਰਕੇ ਸਾਡਾ ਸਾਰੀ ਗੜਬੜੀ ਹੋਈ ਪਈ ਆ। ਜਿਵੇਂ ਜਿਵੇਂ ਅਸੀਂ ਬਾਣੀ ਵਿਚਾਰਾਂਗੇ ਗੁਰੂ ਪਾਤਸ਼ਾਹ ਸਾਨੂੰ ਬਹੁਤ ਸਹੀ ਤਰੀਕੇ ਦੇ ਨਾਲ ਬਹੁਤ ਵਧੀਆ ਗਾਈਡ ਕਰਦੇ ਆ। ਸਾਨੂੰ ਸਹੀ ਜੀਵਨ ਜਾਚ ਗੁਰਮਤਿ ਦੀ ਗੁਰੂ ਪਾਤਸ਼ਾਹ ਸਾਨੂੰ ਦ੍ਰਿੜ ਕਰਾਉਂਦੇ ਆ। ਜਿਹੜਾ ਸ਼ਬਦ ਆਪਾਂ ਅੱਜ ਲਿਆ ਵਿਚਾਰ ਵਾਸਤੇ ਮਾਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ, ਇਹ ਸ਼ਬਦ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ 1019 ਤੇ। ਗੁਰੂ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਆਹੀ ਖੇਡ ਸਮਝਾਈ ਆ ਸੰਸਾਰ ਦੀ। ਅਸੀਂ ਆਏ ਆ, ਸਾਡਾ ਜਨਮ ਹੋਇਆ ਆ, ਸਾਨੂੰ ਸਰੀਰ ਮਿਲਿਆ ਆ, ਕਾਹਦੇ ਲਈ ਮਿਲਿਆ, ਕੀ ਕਰਨ ਲਈ ਮਿਲਿਆ ਆ। ਸਾਨੂੰ ਕੋਈ ਸਮਝ ਕਿਉਂ ਨਹੀਂ ਲੱਗ ਰਹੀ? ਜਿਹੜਾ ਕੰਮ ਕਰਨਾ ਆ ਉਹ ਕਿਉਂ ਨਹੀਂ ਕਰ ਰਹੇ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਸੀਂ ਤਾਂ ਅਵਰ ਕਾਜ ਹੀ ਕਰਦੇ ਰਹਿੰਦੇ ਆ ਜਿਹੜੇ ਸਾਡੇ ਕੰਮ ਨਹੀਂ ਆਉਣੇ। ਮੇਰੇ ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗਤ ਅਸੀਂ ਕਰਦੇ ਹੀ ਨਹੀਂ। ਗੁਰਦੁਆਰੇ ਬਹਿ ਕੇ ਗੁਰੂ ਘਰ ਚ ਕਦੇ ਵਾਹਿਗੁਰੂ ਦਾ ਨਾਮ ਜਪਦੇ ਹੀ ਨਹੀਂ। ਕਿਤੇ ਮਸਿਆ ਪੁੰਨਿਆ ਸੰਗਰਾਂਦ ਤੇ ਆ ਜਾਾਂਗੇ ਘੜੀ ਦੀ ਘੜੀ ਬਸ। ਕਦੇ ਸੰਗਤ ਚ ਮਿਲ ਕੇ ਬਹਿ ਕੇ ਵਾਹਿਗੁਰੂ ਦਾ ਨਾਮ ਹੀ ਨਹੀਂ ਜਪਿਆ। ਸਾਨੂੰ ਪਤਾ ਹੀ ਨਹੀਂ ਲੱਗਾ ਕਿਉਂ, ਕਦੇ ਬਾਣੀ ਦੀ ਵਿਚਾਰ ਹੀ ਨਹੀਂ ਕੀਤੀ। ਸੋ ਅੱਜ ਦੇ ਸ਼ਬਦ ਚ ਗੁਰੂ ਸਾਹਿਬ ਸਮਝਾ ਰਹੇ ਆ ਬੜੇ ਸੰਖੇਪ ਦੇ ਵਿੱਚ। ਬਹੁਤ ਵੱਡੀ ਖੇਡ ਆ ਵਾਹਿਗੁਰੂ ਦੀ, ਬਹੁਤ ਵੱਡਾ ਵਾਹਿਗੁਰੂ ਅਬਿਅੰਤ ਆ।
ਉਹਦੀ ਬਣਾਈ ਹੋਈ ਕੁਦਰਤ, ਉਹਦੀ ਬਣਾਈ ਹੋਈ ਖੇਡ ਵੀ ਬੜੀ ਬੇਅੰਤ ਆ, ਕੋਈ ਅੰਤ ਨਹੀਂ ਪਾ ਸਕਦਾ। ਵਾਹਿਗੁਰੂ ਨੇ ਸੰਖੇਪ ਦੇ ਵਿੱਚ ਸਾਨੂੰ ਇੱਕ ਜੀਵਨ ਜਾਚ ਦਿੱਤੀ, ਇੱਕ ਸਿੱਖਿਆ ਦਿੱਤੀ ਆ, ਸਮਝਾਇਆ ਆ ਕਿ ਤੁਸੀਂ ਕੀ ਕਰਨ ਆਏ ਆ ਇੱਥੇ ਦੁਨੀਆ ਤੇ, ਕੀ ਕਰ ਰਹੇ ਆ, ਸਾਰੇ ਜੀਵ ਕਿਵੇਂ ਚੱਲ ਰਹੇ ਆ, ਸੋ ਮਰਨ ਤੋਂ ਬਾਅਦ ਇਹ ਕਿੱਥੇ ਜਾਣਗੇ, ਸੋ ਇੱਥੇ ਕਿਵੇਂ ਕਰਮਾਂ ਦੇ ਅਨੁਸਾਰ ਚੱਲ ਰਹੇ ਆ। ਸੰਖੇਪ ਸਮਝਾਇਆ ਗੁਰੂ ਪਾਤਸ਼ਾਹ ਨੇ। ਬਿਰਖੈ ਹੇਠ ਸਭ ਜਨਤੇ ਇਕੱਠੇ। ਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਇੱਕ ਸ਼ਾਮਾਂ ਹੁੰਦੀਆਂ ਤੇ ਇੱਕ ਰੁੱਖ ਦੇ ਹੇਠ ਆ ਕੇ ਪੰਛੀ ਬੈਠ ਜਾਂਦੇ ਆ ਨਾ, ਸੋ ਰਾਤ ਕੱਟਦੇ ਆ, ਜਿਵੇਂ ਸਵੇਰ ਹੁੰਦੀ ਆ ਸਾਰੇ ਆਪਣੇ ਆਪਣੇ ਰਾਹ ਤੇ ਉੱਡ ਜਾਂਦੇ ਆ। ਐਸੇ ਤਰ੍ਹਾਂ ਇਸ ਅਸਮਾਨ ਰੂਪੀ ਰੁੱਖ ਦੇ ਹੇਠ ਆਪਾਂ ਸਾਰੇ ਜੀਵ ਇਕੱਠੇ ਆ, ਜ਼ਿੰਦਗੀ ਦੀ ਇੱਕ ਰਾਤ ਕੱਟਣ ਆਏ ਆ। ਛਾੜ ਵਿਡਾਣੀ ਤਾਤ ਮੁੜੇ, ਇਹਾਂ ਬਸਣਾ ਰਾਤ ਮੁੜੇ। ਇੱਕ ਰਾਤ ਕੱਟਣ ਆਇਆ, ਗੁਰੂ ਪਾਤਸ਼ਾਹ ਕਹਿੰਦੇ ਜ਼ਿੰਦਗੀ ਦੀ ਕੀ ਈਰਖਾ ਕਰਦਾ ਆ, ਸੋ ਕਾਤੋਂ ਤੇਰ ਮੇਰ ਵਿਤਕਰਾ ਕਰਦਾ ਆ, ਇੱਕ ਰਾਤ ਹੀ ਕੱਟਣੀ ਆ ਜ਼ਿੰਦਗੀ ਦੀ। ਬਿਰਖ ਹੇਠ, ਇਸ ਅਸਮਾਨ ਰੂਪੀ ਰੁੱਖ ਦੇ ਹੇਠ ਆਪਾਂ ਸਾਰੇ ਜੀਵ ਜਿੰਨੇ ਵੀ ਮਨੁੱਖ ਆ, 850 ਕਰੋੜ ਦੇ ਲਗਭਗ ਦੁਨੀਆ ਆ, ਸਾਰੇ ਜ਼ਿੰਦਗੀ ਦੀ ਇੱਕ ਰਾਤ ਹੀ ਕੱਟਣ ਆਏ ਆ। ਇੱਕ ਤੱਤੇ, ਇੱਕ ਬੋਲਣ ਮਿੱਠੇ, ਇੱਕ ਤੱਤੇ ਸੁਭਾਅ ਦੇ ਆ, ਬੜੇ ਗਰਮ ਆ, ਸੋ ਇੱਕ ਬੜੇ ਮਿੱਠੇ ਸੁਭਾਅ ਦੇ ਆ। ਅਲੱਗ-ਅਲੱਗ ਸੁਭਾਅ ਆ ਸਾਰਿਆਂ ਦੇ, ਅਲੱਗ-ਅਲੱਗ ਕਰਮ ਆ। ਸੋ ਵਾਹਿਗੁਰੂ ਨੇ ਕਿੱਡੀ ਕਲਾਕਾਰੀ ਦਿਖਾਈ ਆ, ਦੇਖੋ ਕੋਈ ਜੀਵ ਕਿਸੇ ਨਾਲ ਨਹੀਂ ਰਲਦਾ, ਇੱਕੋ ਮਿੱਟੀ ਆ ਸਾਰੇ ਸਰੀਰਾਂ ਨੂੰ ਲੱਗੀ ਹੋਈ, ਇੱਕੋ ਹੀ ਜੋਤ ਅੰਦਰ ਵਾਹਿਗੁਰੂ ਦੀ, ਏਕਾ ਮਾਟੀ ਏਕਾ ਜੋਤ। ਫਿਰ ਵੀ ਵਾਹਿਗੁਰੂ ਨੇ ਇੱਕੋ ਮਿੱਟੀ ਤੋਂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ। ਕਿੰਨੇ ਤਰ੍ਹਾਂ ਦੀ ਇਹ ਕੁਦਰਤ, ਕਿੰਨੇ ਤਰ੍ਹਾਂ ਦੇ ਜੀਵ ਪੈਦਾ ਕਰ ਦਿੱਤੇ ਆ। ਹੈਰਾਨ ਰਹਿ ਜਾਓਗੇ ਤੁਸੀਂ ਕਿ 850 ਕਰੋੜ ਦੁਨੀਆ ਆ, ਕਿਸੇ ਦੇ ਫਿੰਗਰਪ੍ਰਿੰਟ ਨਹੀਂ ਮੈਚ ਹੁੰਦੇ ਇੱਕ ਦੇ ਦੂਜੇ ਦੇ ਨਾਲ। ਸੋ ਕਿੰਨਾ ਕੁ ਏਰੀਆ ਦੇਖੋ, ਆਪਣੇ ਹੱਥ ਆ, ਫਿੰਗਰ ਆ, ਤੇ ਪ੍ਰਿੰਟ ਮੈਚ ਨਹੀਂ ਹੁੰਦੇ, ਅੱਖਾਂ ਦੇ ਨਹੀਂ ਪ੍ਰਿੰਟ ਮੈਚ ਹੁੰਦੇ। ਫਿਰ ਕਦੇ ਵੀ ਨਹੀਂ, ਜਿਹੜਾ ਵਾਹਿਗੁਰੂ ਨੇ ਇੱਕ ਵਾਰੀ ਜੋ ਬਣਾਤਾ ਦੁਬਾਰੇ ਨਹੀਂ ਉਹ ਬਣਾਉਂਦਾ, ਨਵਾਂ ਹੀ ਬਣਾਉਂਦਾ ਹਰ ਵਾਰ। ਕਿੰਨੇ ਜੀਵ ਚਲੇ ਜਾਂਦੇ, ਭਾਵੇਂ ਉਹਨਾਂ ਦੇ ਫਿੰਗਰਪ੍ਰਿੰਟ ਆਪਾਂ ਰੱਖ ਲਈ ਨਾ ਸਟੋਰ ਕਰਕੇ, ਆਉਣ ਵਾਲੇ ਦਸਾਂ ਨੂੰ 20 50 100 200 ਸਾਲ ਨੂੰ ਵੀ ਕਿਸੇ ਨਾਲ ਮੈਚ ਨਹੀਂ ਹੋਣਗੇ। ਕਿੱਡੀ ਵੱਡੀ ਕੁਦਰਤ ਵਾਹਿਗੁਰੂ ਦੀ। ਇੱਕ ਤੱਤੇ, ਇੱਕ ਬੋਲਣ ਮਿੱਠੇ, ਫਿਰ ਸੁਭਾਅ ਨਹੀਂ ਮੈਚ ਹੁੰਦੇ ਕਿਸੇ ਦੇ, ਸੋਚ ਨਹੀਂ ਮੈਚ ਹੁੰਦੀ ਕਿਸੇ ਦੇ ਨਾਲ, ਆਪਣੇ ਆਪਣੇ ਦਿਮਾਗ ਆ, ਆਪਣੇ ਆਪਣੀਆਂ ਸੋਚਾਂ ਆ, ਆਪਣਾ ਆਪਣੀ ਸਾਰੀ ਖੇਡ ਆ, ਵਾਹਿਗੁਰੂ ਨੇ ਬਣਾਏ ਆ ਸਾਰੇ। ਤੇ ਜ਼ਿੰਦਗੀ ਦੀ ਇੱਕ ਰਾਤ ਹੀ ਕੱਟਣ ਆਏ ਆ ਸਾਰੇ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਜਿਵੇਂ ਸੂਰਜ ਅਸਤ ਹੁੰਦਾ ਆ, ਸ਼ਾਮਾਂ ਪੈਂਦੀਆਂ ਆ, ਰਾਤ ਹੁੰਦੀ ਆ, ਜਿਵੇਂ ਸਵੇਰੇ ਦਿਨ ਚੜ੍ਹਦਾ, ਉਦੇ ਹੁੰਦਾ ਸੂਰਜ, ਦਿਨ ਚੜ੍ਹਦਾ ਆ, ਕੋਈ ਰਾਤ ਨੂੰ, ਕੋਈ ਸਵੇਰ ਨੂੰ ਚਲਾ ਜਾਂਦਾ ਹੈ ਇੱਥੋਂ, ਭਾਵ ਕਿਸੇ ਦੀ ਰਾਤ ਡੈਥ ਹੋ ਜਾਂਦੀ ਹੈ, ਕਿਸੇ ਦੀ ਦਿਨੇ ਹੋ ਜਾਂਦੀ ਆ, ਸਾਰੇ ਉੱਠ ਕੇ ਇੱਥੋਂ ਚਲੇ ਜਾਂਦੇ ਆ। ਜਿਉਂ ਜਿਉਂ ਔਦ ਵਿਹਾਣੀਆਂ, ਜਿਵੇਂ ਜਿਵੇਂ ਉਹਨਾਂ ਦੀ ਉਮਰ ਪੂਰੀ ਹੋ ਜਾਂਦੀ ਆ, ਪੁੱਗ ਜਾਂਦੀ ਆ, ਸਮਾਂ ਪੂਰਾ ਹੋ ਜਾਂਦਾ ਆ, ਸਵਾਸ ਪੂਰੇ ਹੋ ਜਾਂਦੇ ਆ, ਆਪਣੇ ਆਪਣੇ ਸਮੇਂ ਤੇ ਸਾਰੇ ਇੱਥੋਂ ਚਲੇ ਜਾਂਦੇ ਆ। ਸੋ ਕਿੰਨੇ ਆਪਣੇ ਦੋਸਤ ਮਿੱਤਰ ਭੈਣ ਭਰਾ ਚਲੇ ਗਏ, ਸੋ ਆਪਣੇ ਕੋਲੋਂ ਹੀ ਗਏ ਆ ਸਾਰੇ, ਆਪਣੇ ਵੱਡੇ ਵਡੇਰੇ। ਕੋਈ ਰੋਕ ਸਕਿਆ ਜਾਂ ਕੋਈ ਰਿਹਾ ਇੱਥੇ? ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ, ਆਪਣੀ ਆਪਣੀ ਵਾਰੀ ਤੇ ਜਾਣਾ ਹੀ ਆ ਸਾਰਿਆਂ ਨੇ। ਰਾਣਾ ਰਾਉ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ। ਕੋਈ ਰਾਜੇ ਮਹਾਰਾਜ ਕੋਈ ਵੀ ਨਹੀਂ ਰਿਹਾ, ਸਾਰਿਆਂ ਨੇ ਆਪਣੀ ਵਾਰੀ ਤੇ ਜਾਣਾ ਆ, ਸਭ ਨੇ ਜਾਣਾ ਆ। ਕੋਈ ਸ਼ਾਮੀ, ਕੋਈ ਸਵੇਰੇ, ਕੋਈ ਦਿਨੇ ਚਲਾ ਜਾਂਦਾ ਆ। ਜਿਉਂ ਜਿਉਂ ਔਦ ਵਿਹਾਣੀਆਂ, ਜਿਵੇਂ ਜਿਵੇਂ ਉਮਰ ਪੂਰੀ ਹੁੰਦੀ ਆ ਸਾਰੇ ਹੀ ਜਾਂਦੇ ਆ। ਪਾਪ ਕਰੇਦੜ ਸਰ ਪਰ ਮੁੱਠੇ, ਪਾਪ ਕਰਨ ਵਾਲੇ ਠੱਗੇ ਗਏ। ਪਾਪ ਕੀ ਹੁੰਦੇ ਆ ਇਹ ਨਹੀਂ ਪਤਾ, ਕਿਉਂ? ਆਪਾਂ ਕਦੇ ਬਾਣੀ ਦੀ ਵਿਚਾਰ ਨਹੀਂ ਕੀਤੀ। ਆਪਾਂ ਨੂੰ ਪਿੰਡਾਂ 'ਚ ਜਿੱਦਾਂ ਸਾਡੀ ਸੋਚ 'ਚ ਪਏ ਹੋਈਆਂ ਨਾ ਚੀਜ਼ਾਂ, ਅਸੀਂ ਪਾਪ ਪੁੰਨ ਕੁਝ ਹੋਰ ਹੀ ਸਮਝਦੇ ਹਾਂ। ਐਂ ਸਮਝ ਤੇ ਉੱਥੇ ਕਾਵਾਂ ਚਿੜੀਆਂ ਨੂੰ ਰੋਟੀ ਪਾਤੀ ਆ, ਬੜਾ ਪੁੰਨ ਕੱਟ ਲਿਆ ਆ, ਸੋ ਆਹ ਪਾਪ ਹੋ ਗਿਆ, ਏਦਾਂ ਹੋ ਗਿਆ। ਸਾਨੂੰ ਪਤਾ ਨਹੀਂ ਅਸਲ 'ਚ ਪਾਪ ਹੈ ਕਿਹੜੇ ਆ। ਬੱਜਰ ਪਾਪ ਗੁਰੂ ਪਾਤਸ਼ਾਹ ਕਿਹਨਾਂ ਨੂੰ ਕਹਿੰਦੇ ਆ? ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਰੋਮਾਂ ਦੀ ਬੇਅਦਬੀ ਕਰਨੀ ਸਭ ਤੋਂ ਵੱਡਾ ਬੱਜਰ ਪਾਪ ਆ।
ਨਸ਼ਾ ਕਰਨਾ, ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਨਾ ਬੱਜਰ ਪਾਪ ਆ। ਕਰੈਕਟਰਲੈਸ ਹੋਣਾ ਬੱਜਰ ਪਾਪ ਆ। ਕੋਠਾ ਖਾਣਾ ਬੱਜਰ ਪਾਪ ਆ। ਕਿਸੇ ਦਾ ਹੱਕ ਖਾਣਾ, ਠੱਗੀ ਮਾਰਨੀ, ਰਿਸ਼ਵਤਖੋਰੀ ਕਰਨੀ ਬੱਜਰ ਪਾਪ ਆ। ਸਾਨੂੰ ਪਤਾ ਨਹੀਂ ਇਹਨਾਂ ਦਾ। ਇਹ ਸਾਰੀ ਦੁਨੀਆ ਹੀ ਕਰ ਰਹੀ ਹੈ, ਨਸ਼ੇ ਸਾਰੇ ਹੀ ਕਰਦੇ ਲਗਭਗ। ਕਈ ਲੋਕੀ ਪਿੰਡਾਂ 'ਚ ਕਹਿੰਦੇ ਉਹ ਮਾੜੀ ਮੋਟੀ ਫੀਮ ਖਾ ਲਓ, ਇਹਦੇ ਨਾਲ ਕੋਈ ਗੱਲ ਹੀ ਨਹੀਂ ਹੈ, ਤੇ ਭੰਗ ਪੀ ਲਓ ਕੋਈ ਗੱਲ ਹੀ ਨਹੀਂ ਆ। ਨਸ਼ਿਆਂ ਦਾ ਪਤਾ ਹੀ ਨਹੀਂ ਕਿ ਬੱਜਰ ਪ੍ਰੈਤ ਆ। ਕੇਸਾਂ ਰੋਮਾਂ ਦੀ ਕਰਨ, ਸਾਰੇ ਘਰ ਘਰ ਬਿਊਟੀ ਪਾਰਲਰ ਖੋਲਾ, ਲੋਕੀ ਸਮਝਦੇ ਨਹੀਂ ਕਿ ਪਾਪ ਆ। ਇਹ ਬੱਜਰ ਪਾਪ ਆ। ਪਾਪ ਕਰੇਦੜ ਸਰ ਪਰ ਮੁਠੇ। ਇਹ ਬੱਜਰ ਕੁਰੈਤਾਂ ਕਰਨ ਵਾਲੇ ਠੱਗੇ ਗਏ ਆ। ਜਿਹੜਾ ਸਾਡਾ ਸਰੀਰ ਆ ਨਾ, ਇਹ ਬੱਜਰ ਕੁਰੈਤਾਂ ਕਰਨੀਆਂ ਚਾਹੁੰਦਾ ਆ, ਬੱਜਰ ਪਾਪ ਕਰਨੇ ਚਾਹੁੰਦਾ ਆ। ਤੇ ਸਾਨੂੰ ਸਹੀ ਗਿਆਨ ਵੀ ਕਿਸੇ ਨੇ ਨਹੀਂ ਦਿੱਤਾ ਕਿ ਪਾਪ ਪੁੰਨ ਹੁੰਦਾ ਕੀ ਆ। ਪਾਪ ਪੁੰਨ ਕੀ ਸਾਰ ਨਾ ਜਾਣੇ, ਭੂਲਾ ਫਿਰਿਆ ਜਾਈ। ਸੋ ਐਵੇਂ ਸਾਰੇ ਭੁੱਲੇ ਫਿਰਦੇ ਆ ਜਾਈ, ਕਿਸੇ ਨੂੰ ਪਤਾ ਹੀ ਨਹੀਂ ਪਾਪ ਪੁੰਨ ਹੈ ਕੀ ਆ। ਸੋ ਪਾਪ ਪੁੰਨ ਦੀ ਸਮਝ ਜਦੋਂ ਆਪਾਂ ਬਾਣੀ ਵਿਚਾਰ ਕਰਾਂਗੇ ਤੇ ਗੁਰੂ ਪਾਤਸ਼ਾਹ ਬਾਣੀ 'ਚ ਸਮਝਾਉਂਦੇ ਆ ਬੱਜਰ ਪਾਪ ਕਿਹੜੇ ਕਿਹੜੇ ਆ। ਸੋ ਸਾਰੇ ਪੰਥ ਨੇ ਵਿਚਾਰ ਕੇ ਪੰਥਕ ਰਹਿਤ ਮਰਜ਼ਾਦਾ ਜਦੋਂ ਬਣਾਈ, ਉਹਦੇ ਵਿੱਚ ਸਾਰੇ ਲਿਖੇ ਹੋਏ ਆ ਕਿ ਕਿਸੇ ਸਿੱਖ ਨੇ ਨਹੀਂ ਕਰਨੇ। ਗੁਰੂ ਪਾਤਸ਼ਾਹ ਦਾ ਹੁਕਮ ਆ, ਇਹ ਬੱਜਰ ਕੁਰੈਤਾਂ ਨਹੀਂ ਕਰਨੀਆਂ। ਸਾਰੇ ਹੀ ਕਰ ਰਹੇ ਆ, ਤੇ ਸਾਰੇ ਹੀ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ। ਪਾਪ ਕਰੇਦੜ ਸਰ ਪਰ ਮੁਠੇ। ਇਹ ਬੱਜਰ ਕੁਰੈਤਾਂ ਕਰਨ ਵਾਲੇ ਸਰੀਰ ਸੋਹਣਾ ਲੱਗਣਾ ਚਾਹੁੰਦਾ ਆ, ਬਿਊਟੀ ਪਾਰਲਰ ਜਾਣਾ ਚਾਹੁੰਦਾ ਆ, ਨਾਈ ਕੋਲ ਜਾਣਾ ਚਾਹੁੰਦਾ ਆ, ਕੇਸ ਕਾਲੇ ਕਰਾਉਣੇ ਆ ਲੋਕੀ, ਸੋਹਣਾ ਲੱਗਾ। ਸਰੀਰ ਦੀ ਖੁਰਾਕ ਆ ਬੱਜਰ ਕੁਰੈਤ ਆ। ਨਸ਼ਾ ਕਰਨਾ ਚਾਹੁੰਦਾ ਆ ਸਰੀਰ, ਨਸ਼ੇ ਤੋਂ ਬਿਨਾਂ ਤੁਰਦਾ ਨਹੀਂ ਆ। ਸੋ ਗੁਰੂ ਸਾਹਿਬ ਕਹਿੰਦੇ ਬੱਜਰ ਪਾਪ ਆ। ਸਰੀਰ ਦੀ ਖੁਰਾਕ ਆਏ, ਪਰਾਈ ਔਰਤ ਪਰਾਇਆ ਮਰਦ, ਸੋ ਇਹ ਸਰੀਰ ਦੀ ਖੁਰਾਕ ਆ। ਗੁਰੂ ਪਾਤਸ਼ਾਹ ਤੋਂ ਰੋਕ ਰਹੇ ਆ। ਬੱਜਰ ਕੁਰੈਤ ਕਹਿੰਦੇ ਆ ਨੂੰ ਗੁਰੂ ਪਾਤਸ਼ਾਹ। ਪਾਪ ਕਰੇਦੜ ਸਰ ਪਰ ਮੁਠੇ। ਇਹ ਪਾਪ ਕਰਨ ਵਾਲੇ, ਬੱਜਰ ਕੁਰੈਤਾਂ ਕਰਨ ਵਾਲੇ ਠੱਗੇ ਗਏ ਆ। ਮਾਇਆ ਨੇ, ਮਨ ਨੇ, ਵਿਕਾਰਾਂ ਨੇ, ਇਹ ਸਰੀਰ ਨੇ ਮਿਲ ਕੇ ਠੱਗ ਲਿਆ ਆ। ਪਤਾ ਹੀ ਨਹੀਂ ਲੱਗਣ ਦਿੱਤਾ ਕੀ ਕਰਨਾ ਹੈ ਕੀ ਨਹੀਂ ਕਰਨਾ। ਅਜਰਾਈਲ ਫੜੇ ਫੜ ਕੁੱਠੇ। ਅਜਰਾਈਲ ਮੌਤ ਦਾ ਫਰਿਸ਼ਤਾ, ਜਮਦੂਤ ਜਿਹਨੂੰ ਆਪਾਂ ਕਹਿੰਦੇ ਆ, ਫੜੇ ਫੜ ਕੁੱਠੇ, ਕੋ ਕੇ ਮਾਰਦਾ ਆ। ਜਿਵੇਂ ਆਪਾਂ ਪੱਠੇ ਨਹੀਂ ਕੁਤਰਦੇ ਟੋਕੇ 'ਚ, ਏਦਾਂ ਕੁਤਰਦਾ ਆ। ਦੋ ਜੁਗ ਪਾਏ ਸਿਰਜਣਹਾਰੇ, ਲੇਖਾ ਮੰਗੇ ਬਾਣੀਆਂ। ਦੋ ਜੁਗ ਪਾਏ, ਨਰਕਾਂ ਵਿੱਚ ਪਾ ਦਿੱਤੇ ਸਿਰਜਣਹਾਰ ਵਾਹਿਗੁਰੂ ਨੇ। ਦੋ ਜੁਗ ਪਾਏ ਸਿਰਜਣਹਾਰੇ, ਨਰਕਾਂ ਵਿੱਚ ਸੁੱਟ ਦਿੱਤੇ ਵਾਹਿਗੁਰੂ ਨੇ, ਸਿਰਜਣਹਾਰ ਵਾਹਿਗੁਰੂ ਨੇ। ਜਿਹੜੇ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਇਹ ਜਨਮ ਦਿੱਤਾ ਹੈ, ਸਵਾਸਾਂ ਦੀ ਪੂੰਜੀ ਦਿੱਤੀ ਹੈ, ਉਹਨੇ ਫਿਰ ਨਰਕਾਂ 'ਚ ਪਾ ਦਿੱਤੇ। ਕਿਉਂ? ਬੱਜਰ ਪਾਪ ਕੀਤੇ ਆ, ਕੁਰੈਤਾਂ ਕੀਤੀਆਂ, ਵਾਹਿਗੁਰੂ ਨੂੰ ਪਸੰਦ ਨਹੀਂ। ਉਹ ਕੰਮ ਕੀਤੇ ਜਿਹੜੇ ਵਾਹਿਗੁਰੂ ਨੂੰ ਪਸੰਦ ਨਹੀਂ। ਨਸ਼ੇ ਕਰਨੇ, ਕੇਸਾਂ ਰੋਮਾਂ ਦੀ ਬੇਅਦਬੀ ਕਰਨੀ, ਅਯਾਸ਼ੀਆਂ ਕਰਨੀਆਂ, ਵਾਹਿਗੁਰੂ ਨੂੰ ਪਸੰਦ ਨਹੀਂ, ਉਹ ਕੰਮ ਕੀਤੇ। ਦੋ ਜੁਗ ਪਾਏ ਸਿਰਜਣਹਾਰੇ, ਲੇਖਾ ਮੰਗੇ ਬਾਣੀਆਂ। ਬਾਣੀਆਂ ਧਰਮਰਾਜ ਲੇਖਾ ਜੋਖਾ ਮੰਗਦਾ, ਫਿਰ ਹਿਸਾਬ ਕਿਤਾਬ ਲੈਂਦਾ ਤੇ ਦੱਸੋ ਕਾਹਦੇ ਲਈ ਤੁਹਾਨੂੰ ਭੇਜਿਆ ਦੁਨੀਆ ਤੇ। ਸੋ ਤੇ ਦੇਖਦੇ ਆ ਸਾਰੇ ਵੀ ਕਾਹਦੇ ਲਈ ਭੇਜਿਆ। ਨਾਮ ਜਪਣ ਭੇਜਿਆ ਤੇ ਜਪਿਆ ਨਹੀਂ, ਪਤਾ ਹੀ ਨਹੀਂ ਲੱਗਾ, ਸਮਝ ਹੀ ਨਹੀਂ ਆਈ ਗੱਲ। ਅਸੀਂ ਤੇ ਹੋਰ ਹੀ ਕੰਮ ਕਰਦੇ ਰਹੇ। ਤੇ ਉਹ ਗੁਰੂ ਪਾਤਸ਼ਾਹ ਕਹਿ ਤਾਂ ਰਹੇ ਸੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਤੇ ਗੱਲ ਹੀ ਨਹੀਂ ਸੁਣੀ ਗੁਰੂ ਪਾਤਸ਼ਾਹ ਦੀ। ਦੋ ਜੁਗ ਪਾਏ ਸਿਰਜਣਹਾਰੇ, ਲੇਖਾ ਮੰਗੇ ਬਾਣੀਆਂ। ਫਿਰ ਧਰਮਰਾਜ ਹਿਸਾਬ ਕਿਤਾਬ ਲੈਂਦਾ। ਆਪਾਂ ਧਰਮਰਾਜ ਨੂੰ ਮੰਨਦੇ ਨਹੀਂ ਆ, ਅਗਲੀ ਦੁਨੀਆ ਨੂੰ, ਸੂਖਮ ਦੁਨੀਆ ਨੂੰ ਮੰਨਦੇ ਨਹੀਂ, ਨਰਕਾਂ ਨੂੰ ਮੰਨਦੇ ਨਹੀਂ, ਆਪਾਂ ਸੱਚਖੰਡ ਨੂੰ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਸਾਨੂੰ ਕੋਈ ਦੱਸਿਆ ਹੀ ਨਹੀਂ ਕਿਸੇ ਨੇ, ਅਸੀਂ ਬਾਣੀ ਨਹੀਂ ਵਿਚਾਰੀ, ਸਾਨੂੰ ਪਤਾ ਹੀ ਨਹੀਂ ਆ, ਤਾਂ ਨਹੀਂ ਮੰਨਦੇ। ਸਾਨੂੰ ਸਗੋਂ ਉਲਟ ਗੱਲਾਂ ਦੱਸੀਆਂ ਜਾਂਦੀਆਂ, ਅੱਜ ਜਾ ਕੇ ਬੈਠਾ ਅਗਲਾ ਕਿੰਨਾ ਨੇ ਨੇਠਾ, ਖਾਓ ਪੀਓ ਐਸ਼ ਕਰੋ, ਹੁਣ ਜੀਵਨ ਮਿਲਿਆ ਅੱਜ ਰੱਜ ਕੇ ਜੀਓ। ਸਾਨੂੰ ਇਦਾਂ ਹੀ ਸਮਝਾਇਆ ਜਾਂਦਾ, ਅਸੀਂ ਇਦਾਂ ਹੀ ਕਰੀ ਜਾ ਰਹੇ ਹਾਂ। ਤਾਂ ਹੀ ਗੁਰੂ ਪਾਤਸ਼ਾਹ ਨੇ ਕਿਹਾ ਨਾ, ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਪਾਤਸ਼ਾਹ ਬਿਨ ਭੁੱਖ ਨਹੀਂ ਰਹਿਣਾ ਆ, ਅਗਿਆਨਤਾ ਹੀ ਰਹਿਣੀ ਆ, ਪਤਾ ਨਹੀਂ ਲੱਗਣਾ ਕੀ ਕਰਨਾ ਕੀ ਨਹੀਂ ਕਰਨਾ। ਅੰਨੇਵਾਹੀ ਜ਼ਿੰਦਗੀ ਜੀਣੀ ਆ ਸਾਰਿਆਂ ਨੇ, ਜਿਵੇਂ ਜੀ ਰਹੇ ਆ, ਜਿਵੇਂ ਕੁਰੈਤਾਂ ਕਰੀ ਜਾ ਰਹੇ ਆ, ਇਦਾਂ ਹੀ ਕਰਦੇ ਰਹਿਣਾ ਆ। ਗੁਰੂ ਪਾਤਸ਼ਾਹ ਕਹਿੰਦੇ ਅੱਗੇ ਹਿਸਾਬ ਕਿਤਾਬ ਹੋਣਾ ਆ ਤੁਹਾਡਾ। ਸੰਗ ਨਾ ਕੋਈ ਭਈਆ ਬੇਬਾ, ਉੱਥੇ ਕੋਈ ਭੈਣ ਭਰਾ, ਕੋਈ ਦੋਸਤ ਮਿੱਤਰ ਨਾਲ ਨਹੀਂ ਜਾਣਾ। ਸੰਗ ਨਾ ਕੋਈ ਭਈਆ ਬੇਬਾ, ਕੋਈ ਨਾਲ ਜਾਂਦਾ ਆ?
कोई भरा भैन मां प्यो कोई नाल जांदा, जै मात पिता सुत मीत ना पाई, मन उहाँ नाम तेरे संग साई। ਤੇ ਭੈਣ ਭਰਾ ਮਾਂ ਪਿਓ ਕਿਸੇ ਨੇ ਨਾਲ ਨਹੀਂ ਹੋਣਾ, ਉੱਥੇ ਵਾਹਿਗੁਰੂ ਦਾ ਨਾਮ ਤੇਰੇ ਨਾਲ ਹੋਣਾ ਆ, ਤੇ ਨਾਮ ਤਾਂ ਜਪਿਆ ਨਹੀਂ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਮੰਜੇਸਾ। ਇਹ ਮਾਲ ਧਨ ਪੈਸਾ ਜਵਾਨੀ ਜਾਇਦਾਦ ਜ਼ਮੀਨਾਂ ਇਹ ਤਾਂ ਸਾਰਾ ਕੁਝ ਇੱਥੇ ਰਹਿ ਜਾਂਦਾ, ਇੱਥੇ ਹੀ ਛੱਡ ਗਿਆ। ਸਰੀਰ ਵੀ ਇੱਥੇ ਛੱਡ ਜਾਈਦਾ, ਜੋ ਤਨ ਉਪਜੋ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਲੈ ਕੇ ਇੱਥੇ ਪੈਦਾ ਹੋਏ ਆ ਦੁਨੀਆ ਤੇ, ਇਹ ਸਰੀਰ ਨਾਲ ਨਹੀਂ ਨਿਭਦਾ, ਹੋਰ ਕਿਹਨੇ ਨਾਲ ਜਾਣਾ ਆ। ਜਾਤ ਪਾਤ ਨਹੀਂ ਜਾਂਦੀ, ਇਹ ਸਰੀਰ ਨਹੀਂ ਜਾਂਦਾ ਨਾਲ, ਕੁਛ ਵੀ ਨਹੀਂ ਜਾਂਦਾ। ਪੈਸਾ ਧੇਲਾ ਸੁਪਨ ਰੂਪ ਜਵਾਨੀ ਸਭ ਕੁਛ ਇੱਥੇ ਰਹਿ ਜਾਂਦਾ ਆ। ਸੋ ਗੁਰੂ ਪਾਤਸ਼ਾਹ ਕਹਿੰਦੇ ਮਾਲ ਜੋਬਨ ਧਨ ਛੋੜ ਮੰਜੇਸਾ, ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜੋ ਕਹਾਣੀਆਂ। ਇੰਨੀ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ, ਜਿਹਨੇ ਇੰਨੀ ਕਿਰਪਾ ਕਰਕੇ ਸਰੀਰ ਦਿੱਤਾ ਹੈ, ਜਨਮ ਦਿੱਤਾ ਹੈ, ਉਹਨੂੰ ਨਹੀਂ ਜਾਣਿਆ, ਉਹਨੂੰ ਸਮਝਿਆ ਨਹੀਂ, ਉਹਦੇ ਨਾਲ ਜੁੜਿਆ ਨਹੀਂ। ਗੁਰਦੁਆਰੇ ਆ ਕੇ ਸਮਝਣਾ ਹੀ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਸੋਝੀ ਪੈਣੀ ਸੀ, ਸਮਝ ਪੈਣੀ ਸੀ। ਗੁਰਦੁਆਰੇ ਆਉਂਦੇ ਬਾਣੀ ਦੀ ਵਿਚਾਰ ਕਰਦੇ ਜਾਂ ਸੁਣਦੇ, ਸਿਮਰਨ ਕਰਦੇ, ਸੁਰਤੀ ਲਾਉਂਦੇ, ਸਮਝ ਪੈਂਦੀ। ਸੋ ਉਹ ਪਾਈ ਨਹੀਂ ਸਮਝ। ਕਰਨ ਕਰੀਮ ਨਾ ਜਾਤੋ ਕਰਤਾ, ਇੰਨੀ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ, ਉਹਨੂੰ ਜਾਣਿਆ ਨਹੀਂ, ਸਮਝਿਆ ਨਹੀਂ। ਤਿਲ ਪੀੜੇ ਜਿਉਂ ਕਹਾਣੀਆਂ, ਤਿਲਾਂ ਦੀ ਤਰ੍ਹਾਂ ਕਹਾਣੀ ਪੀੜੀ ਜਾਂਦੀ ਹੈ। ਕਿੱਥੇ ਪੀੜੀ ਜਾਂਦੀ ਹੈ, ਕੌਣ ਪੀੜਦਾ ਆ, ਸਾਨੂੰ ਪਤਾ ਨਹੀਂ। ਮਰਨ ਤੋਂ ਬਾਅਦ ਕਿੱਥੇ ਜਾਵਾਂਗੇ, ਸਰੀਰ ਛੱਡ ਦੇਣਾ ਆਪਾਂ। ਤਨ ਛੂਟੇ ਮਨ ਕਹਾਂ ਸਮਾਈ, ਫਿਰ ਆਪਾਂ ਕਿੱਥੇ ਜਾਵਾਂਗੇ। ਤਿਲਾਂ ਦੀ ਕਹਾਣੀ ਕਿੱਥੇ ਪੀੜੀ ਜਾਊਗੀ। ਗੁਰੂ ਪਾਤਸ਼ਾਹ ਕਹਿੰਦੇ ਦਰ ਲਏ ਲੇਖਾ ਪੀੜ ਛੁੱਟੇ, ਨਾਨਕਾ ਜਿਉਂ ਤੇਲ। ਮੂੰਹ ਕਾਲੇ ਦੋਜਗ ਚਾਲਿਆ, ਨੰਗਾ ਦੋਜਗ ਚਾਲਿਆ, ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਸੋ ਨੰਗਾ ਕਰਕੇ ਮੂੰਹ ਕਾਲਾ ਕਰਕੇ ਨਰਕਾਂ 'ਚ ਲਿਜਾਇਆ ਜਾਂਦਾ ਆ, ਤਿਲਾਂ ਦੀ ਤਰ੍ਹਾਂ ਕਹਾਣੀ ਪੀੜੀ ਜਾਂਦੀ ਆ। ਸਭਨਾ ਕਾ ਦਰ ਲੇਖਾ ਸੱਚੇ, ਛੂਟ ਸਨਾਮ ਸੁਹਾਵਣਿਆ। ਸਾਰਿਆਂ ਦਾ ਹੀ ਲੇਖਾ ਜੋਖਾ ਹੋਣਾ, ਹਿਸਾਬ ਕਿਤਾਬ। ਛੁੱਟਣਗੇ ਕੌਣ, ਬਚਣਗੇ ਕੌਣ। ਛੂਟਸ ਨਾਮ ਸੁਹਾਵਣਿਆ, ਜਿਹੜੇ ਨਾਮ ਨਾਲ ਜੁੜ ਕੇ ਸੋਹਣੇ ਜੀਵਨ ਵਾਲੇ ਬਣੇ ਆ, ਉਹ ਬਚ ਜਾਣਗੇ। ਬਾਕੀ ਸਾਰਿਆਂ ਦੀ ਕਹਾਣੀ ਪੀੜੀ ਜਾਣੀ ਆ। ਤਿਲ ਪੀੜੇ ਜਿਉਂ ਕਹਾਣੀਆਂ, ਤਿਲਾਂ ਦੀ ਤਰ੍ਹਾਂ। ਖੁਸ ਖੁਸ ਲੈਂਦਾ ਵਸਤ ਪਰਾਈ, ਸੋ ਇੱਥੇ ਚੁਰਾ ਕੇ ਠੱਗੀ ਨਾਲ ਧੋਖੇ ਨਾਲ ਸੋ ਪਰਾਇਆ ਪੈਸਾ ਮਾਲ ਧਨ ਪਰਾਈਆਂ ਵਸਤੂਆਂ ਲੈ ਲੈਂਦਾ ਹੈ ਬੰਦਾ। ਜਿਵੇਂ ਠੱਗੀਆਂ ਮਾਰਦੇ ਸਾਰੇ, ਕਿਸੇ ਨੂੰ ਪਤਾ ਲੱਗਦਾ ਕੋਈ ਠੱਗੀ ਮਾਰੀ ਹੈ, ਪਤਾ ਹੀ ਨਹੀਂ ਲੱਗਦਾ। ਰਿਸ਼ਵਤ ਲੈਂਦੇ ਆ ਜਦੋਂ ਸਾਰੇ, ਤੁਸੀਂ ਦੇਖੋ ਦਫ਼ਤਰਾਂ 'ਚ ਸਰਕਾਰੀ ਕੰਮ ਕਾਜ ਜਿੰਨਾ ਵੀ ਆ, ਸਭ ਜਗ੍ਹਾ ਤੇ ਰਿਸ਼ਵਤਖੋਰੀ ਚੱਲਦੀ ਆ। ਕਿਸੇ ਨੂੰ ਪਤਾ ਲੱਗਣ ਦਿੰਦੇ ਵੀ ਰਿਸ਼ਵਤ ਲਈ ਹੈ। ਸੋ ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰੇ ਨਾਲ ਖੁਦਾਈ। ਕਿਤੇ ਵਾਹਿਗੁਰੂ ਤਾਂ ਦੇਖ ਵੀ ਰਿਹਾ ਆ ਤੇ ਸੁਣ ਵੀ ਰਿਹਾ ਆ, ਕਿਉਂਕਿ ਉਹ ਤੇਰੇ ਅੰਦਰ ਹੀ ਬੈਠਾ ਆ। ਜਿਹਦੇ ਨਾਲ ਠੱਗੀ ਮਾਰੀ ਆ, ਉਹਦੇ ਵੀ ਅੰਦਰ ਵਾਹਿਗੁਰੂ ਬੈਠਾ ਆ, ਤੇ ਵਾਹਿਗੁਰੂ ਤੈਨੂੰ ਦੇਖ ਰਿਹਾ ਆ, ਤੇਰੇ ਨਾਲ ਆ, ਹਰ ਵੇਲੇ ਤੈਨੂੰ ਦੇਖ ਰਿਹਾ ਆ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਦੁਨੀਆ ਚਸਕਿਆਂ ਦੇ ਐਸੇ ਖੂਜ ਡਿੱਗੀ ਆ ਕਿ ਅਗਲੀ ਗੱਲ ਦੀ ਸਮਝ ਹੀ ਨਹੀਂ ਹੈਗੀ ਕਿਸੇ ਨੂੰ। ਸਰੀਰ ਆ, ਸਰੀਰ ਨੂੰ ਕਿੰਨੀ ਤਰ੍ਹਾਂ ਦੇ ਚਸਕੇ ਆ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾਂ ਮੰਦਰ, ਰਸ ਮਿੱਠਾ ਰਸ ਮਾਸ। ਕਿੰਨੇ ਚਸਕੇ ਆ ਸਰੀਰ ਨੂੰ। ਸੋਹਣਾ ਲੱਗਣ ਦੇ ਚਸਕੇ ਆ, ਦੇਖਣ ਦੇ, ਖਾਣ ਪੀਣ ਦੇ, ਘੁੰਮਣ ਫਿਰਨ ਦੇ, ਸੋਹਣੇ ਮਹਿਲਾਂ ਦੇ, ਵੱਡੀਆਂ ਗੱਡੀਆਂ ਹੋਣ, ਚਸਕੇ ਹੀ ਆ ਸਾਰੇ। ਇੰਨੇ ਚਸਕੇ ਆ, ਉਹਨਾਂ ਨੂੰ ਪੂਰਾ ਕਰਨਾ ਤੇ ਠੱਗੀਆਂ ਠੋਰੀਆਂ ਸਾਰਾ ਕੁਝ ਕਰਦਾ ਰਹਿੰਦਾ ਹੈ ਬੰਦਾ। ਚਸਕਿਆਂ ਦੇ ਖੂਹ 'ਚ ਡਿੱਗਾ ਹੋਇਆ। ਅਗਲੀ ਗੱਲ ਨਾ ਜਾਣੀ ਆ, ਅਗਲੀ ਗੱਲ ਦੀ ਸਮਝ ਹੀ ਨਹੀਂ ਆ ਕਿ ਮੈਂ ਅੱਗੇ ਵੀ ਜਾਣਾ ਆ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ, ਮੈਂ ਕੀ ਕਰਨਾ ਆ। ਆਇਆ ਤੇ ਨਾਮ ਜਪਣਾ, ਆਇਆ ਤੇ ਭਗਤੀ ਕਰਨਾ, ਗੁਰਸੇਵਾ ਤੇ ਭਗਤ ਕਮਾਈ। ਤਾਬੇ ਮਾਨਸ ਦੇ ਹੀ ਪਾਈ, ਮੈਂ ਗੁਰੂ ਦੀ ਸੇਵਾ ਕਰੂੰਗਾ, ਭਗਤੀ ਦੀ ਕਮਾਈ ਕਰੂੰਗਾ, ਤਾਂ ਇਹ ਮਨੁੱਖਾ ਸਰੀਰ ਮਿਲਿਆ। ਤੇ ਨਾ ਗੁਰੂ ਸਾਹਿਬ ਦੀ ਸੇਵਾ ਕਰ ਰਹੇ, ਨਾ ਭਗਤੀ ਦੀ ਕਮਾਈ ਕਰ ਰਹੇ ਆ। ਕਰ ਕੀ ਰਹੇ ਆ, ਪਤਾ ਹੀ ਨਹੀਂ। ਬਸ ਜਿੱਧਰ ਨੂੰ ਤੋਰਤਾ, ਜਿੱਧਰ ਨੂੰ ਤੁਰ ਪਏ ਆਪਾਂ, ਸਾਰਾ ਆਲਾ ਦੁਆਲਾ ਦੇਖ ਕੇ ਜਿੱਧਰ ਲੋਕ ਭੱਜੇ ਜਾ ਰਹੇ ਆਪਾਂ ਵੀ ਭੱਜ ਤੁਰੇ।
ਸੋ ਆਪਾਂ ਨਹੀਂ ਸਮਝੀ ਗੱਲ ਕਿ ਸਾਰਾ ਸੰਸਾਰ ਹੀ ਭੱਜਾ ਹੋਇਆ। ਗੁਰੂ ਸਾਹਿਬ ਜੀ ਕਹਿੰਦੇ ਬਿਨ ਨਾਵੇਂ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰ ਧਿਆਨ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਧੰਦਾ ਕਰਦਿਆਂ ਹੀ ਸਾਰਾ ਜਨਮ ਵਿਅਰਥ ਹੀ ਗਵਾ ਲਿਆ ਸਾਰਿਆਂ ਨੇ, ਸਾਰਾ ਸੰਸਾਰ ਹੀ ਕਮਲਾ ਆ। ਬਿਨ ਨਾਵੇਂ ਜਗ ਕਮਲਾ ਫਿਰੇ, ਗੁਰਮੁਖ ਨਦਰੀ ਹੈ। ਇਹ ਸਮਝ ਕਿਹਨੂੰ ਪਈ ਹੈ? ਗੁਰਮੁਖ ਨੂੰ। ਜਿਹੜਾ ਗੁਰਮੁਖ ਹੋਇਆ, ਜਿਹਨੇ ਬਾਣੀ ਦੀ ਵਿਚਾਰ ਕੀਤੀ, ਜਿਹਨੂੰ ਪਤਾ ਲੱਗਾ ਕਿ ਜ਼ਿੰਦਗੀ ਬੜੀ ਟੈਂਪਰੇਰੀ ਆ, ਥੋੜੇ ਜਿਹਾ ਸਮਾਂ ਦਿੱਤਾ ਵਾਹਿਗੁਰੂ ਨੇ। ਇਹ ਸਰੀਰ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹੀ ਲਾਭ ਆ ਮਨੁੱਖਾ ਜਨਮ ਦਾ, ਵਾਹਿਗੁਰੂ ਸਿਮਰਨ ਕਰਨਾ ਆ, ਭੁੱਲਣਾ ਨਹੀਂ ਆ। ਤੇ ਜਿਹੜੇ ਭੁੱਲ ਗਏ ਆ, ਜਿਹੜੇ ਭੁੱਲ ਬੈਠੇ ਆ, ਕਰ ਨਹੀਂ ਰਹੇ, ਉਹਨਾਂ ਦਾ ਕੀ ਬਣੂਗਾ? ਉਹਨਾਂ ਦੀ ਗੱਲ ਕਰ ਰਿਹਾ ਗੁਰੂ ਸਾਹਿਬ। ਤਿਲ ਪੀੜੇ ਜਿਉਂ ਕਹਾਣੀਆਂ, ਤਿਲਾਂ ਦੀ ਤਰ੍ਹਾਂ ਕਹਾਣੀ ਪੀੜੀ ਜਾਂਦੀ ਆ। ਉਹ ਚਸਕਿਆਂ ਦੇ ਐਸੇ ਖੂਹ ਚ ਡਿੱਗੇ ਆ ਕਿ ਉਹਨਾਂ ਨੂੰ ਅਗਲੀ ਗੱਲ ਦੀ ਸਮਝ ਹੀ ਨਹੀਂ ਆਈ। ਜਮ ਜਮ ਮਰੈ, ਮਰੈ ਫਿਰ ਜੰਮੈ, ਜਮ ਜਮ ਕੇ ਮਰਨਗੇ, ਮਰਨਗੇ ਫੇਰ ਜੰਮਣਗੇ। ਕਿੰਨੀ ਵਾਰੀ? 84 ਲੱਖ ਵਾਰ। ਜਮ ਜਮ ਮਰੈ, ਜਨਮ ਹੋਊਗਾ, ਫੇਰ ਮੌਤ ਹੋਊਗੀ, ਫੇਰ ਜਨਮ, ਫੇਰ ਮੌਤ। ਉਹ ਜੰਮਣ ਮਰਨ ਦਾ ਗੇੜ ਪੈ ਜਾਊਗਾ। ਬਹੁਤ ਸਜਾਏ ਪਿਆ ਦੇਸ ਲੰਮੈ, ਬੜੀਆਂ ਸਜਾਵਾਂ ਆ ਤੇ ਬੜਾ ਲੰਬਾ ਪੈਂਡਾ ਆ, ਮੁੱਕਦਾ ਨਹੀਂ, ਮੁੱਕਣ ਚ ਨਹੀਂ ਆਉਂਦਾ। ਸਜਾਵਾਂ ਵੀ ਮੁੱਕਣ ਚ ਨਹੀਂ ਆਉਂਦੀਆਂ। ਨਰਕਾਂ 'ਚ ਪਹਿਲਾਂ ਜਮਦੂਤ ਕਿੰਨੀਆਂ ਸਜ਼ਾਵਾਂ ਦਿੰਦੇ ਆ, ਜਦੋਂ ਰਿਮਾਂਡ ਲੈਂਦੇ ਆ, ਪੁੱਛ-ਗਿੱਛ ਕਿੰਨੀ ਮਾਰ-ਪੀਟ। ਫਿਰ ਉਸ ਤੋਂ ਬਾਅਦ 84 ਲੱਖ ਜੂਨਾਂ ਆ, ਤੇ ਹਰੇਕ ਜੂਨ ਦੇ ਵਿੱਚ ਸਜ਼ਾ ਹੀ ਸਜ਼ਾ ਆ। ਕਿੰਨੇ ਦੁੱਖ, ਭੁੱਖ, ਕਸ਼ਟ ਸਾਰੇ ਸਿਰ ਤੇ ਝੱਲਣੇ ਪੈਂਦੇ ਆ। ਸਾਰੀਆਂ ਹੀ ਗੰਦੀਆਂ ਜੂਨਾਂ ਆ, ਗੰਦ ਮੰਦ ਖਾਂਦੀਆਂ ਰਹਿੰਦੀਆਂ ਆ। ਇਹ ਸਾਡੇ ਸਾਹਮਣੇ ਧਰਤੀ ਤੇ ਦੁਨੀਆਂ ਫਿਰਦੀਆਂ ਆ, ਕਿਵੇਂ ਉਹਨਾਂ ਦਾ, ਕਿਵੇਂ ਦੀ ਜ਼ਿੰਦਗੀ ਆ ਦੇਖ ਲਓ ਤੁਸੀਂ। ਕਾਂ, ਕੁੱਤੇ, ਸੱਪ, ਸੂਰ, ਸੋ ਸਾਰੀਆਂ ਜੂਨਾਂ ਹੀ ਆ। ਆਪਣੇ ਕਰਮਾਂ ਦਾ ਭੁਗਤਾਨ ਭੁਗਤ ਰਹੇ ਆ ਜੀਵ, ਸਾਡੇ ਸਾਹਮਣੇ ਹੀ ਆ। ਤੇ ਆਪਾਂ ਕਿੱਦਾਂ ਨਹੀਂ ਮੰਨਾਂਗੇ ਵੀ ਜੂਨਾਂ ਨਹੀਂ ਹੁੰਦੀਆਂ? ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਬੜੀਆਂ ਸਜਾਵਾਂ ਆ ਤੇ ਬੜਾ ਲੰਬਾ ਪਿੰਡ ਆ, ਮੁੱਕਣ ਚ ਨਹੀਂ ਆਉਂਦਾ। ਜਿਨ ਕੀਤਾ ਤਿਸੇ ਨਾ ਜਾਣੀ ਅੰਦਾ, ਤਾਂ ਦੁੱਖ ਸਹੈ ਪ੍ਰਾਣੀਆਂ। ਜਿਹੜੇ ਵਾਹਿਗੁਰੂ ਨੇ ਪੈਦਾ ਕੀਤਾ ਆ, ਇਹ ਸਰੀਰ ਦਿੱਤਾ ਆ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਉਹਨੂੰ ਸਮਝਣ ਨੂੰ ਤਿਆਰ ਨਹੀਂ, ਉਹਦੇ ਨਾਲ ਜੁੜਨ ਨੂੰ ਤਿਆਰ ਨਹੀਂ, ਵਾਹਿਗੁਰੂ ਦੇ ਨਾਲ ਉਹਦਾ ਪੁੱਤਰ ਬਣਨ ਨੂੰ ਤਿਆਰ ਨਹੀਂ ਆ। ਤਾਂ ਦੁੱਖ ਸਹੇ ਪ੍ਰਾਣੀਆਂ, ਤਾਂ ਦੁੱਖ ਝੱਲਣਾ ਪੈਂਦਾ ਆ। ਤੇ ਦੁੱਖ ਵੀ ਥੋੜਾ ਜਿਹਾ ਨਹੀਂ ਹੈਗਾ। ਇੱਥੇ ਉਮਰ ਕਿੰਨਾ ਚਿਰ ਆ? ਜ਼ਿੰਦਗੀ ਦੀ ਇੱਕ ਰਾਤ ਕੱਟਣਾ ਹੈ। ਜ਼ਿੰਦਗੀ ਕਿੰਨਾ ਚਿਰ ਆ? ਐਵਰੇਜ ਲਾਈਏ ਤੇ ਮਹਾ 60-70 ਸਾਲ ਬਣਦੇ ਆ। ਤੇ ਦੁੱਖ ਕਿੰਨਾ ਚਿਰ ਆ? ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਚਾਰੇ ਜੁਗ ਗੁਰੂ ਸਾਹਿਬ ਕਹਿੰਦੇ ਭਟਕਦਾ ਰਹੇਗਾ, ਚਾਰੇ ਜੁਗ। 84 ਲੱਖ ਜੂਨਾਂ, ਜੇ ਆਪਾਂ 10 ਸਾਲ ਵੀ ਲਾਈਏ ਨਾ, ਇੱਕ ਜੂਨ 10 ਸਾਲ ਵੀ 8 ਕਰੋੜ 40 ਲੱਖ ਸਾਲ ਬਣਦੇ ਆ। ਕਰੋੜਾਂ ਸਾਲਾਂ ਦਾ ਭੁਗਤਾਨ ਪੈ ਜਾਣਾ ਆ। ਬਹੁਤ ਦੁੱਖ, ਬਹੁਤ ਸਜਾਏ ਪਿਆ ਦੇਸ ਲੰਮੈ। ਜਿਨ ਕੀਤਾ ਤਿਸੇ ਨਾ ਜਾਣੀ ਅੰਦਾ, ਤਾਂ ਦੁੱਖ ਸਹੈ ਪ੍ਰਾਣੀਆਂ। ਤਾਂ ਕਰਕੇ ਇਹਨੂੰ ਇੰਨਾ ਦੁੱਖ ਝੱਲਣਾ ਪੈਂਦਾ ਆ, ਪ੍ਰਾਣੀ ਜੀਵ ਨੂੰ, ਕਿ ਜਿਹੜੇ ਵਾਹਿਗੁਰੂ ਨੇ ਪੈਦਾ ਕੀਤਾ ਉਹਨੂੰ ਸਮਝਿਆ ਨਹੀਂ। ਖਾਲਕ ਥਾਵੋਂ ਭੁੱਲਾ ਮੁੱਠਾ, ਵਾਹਿਗੁਰੂ ਨੂੰ ਭੁਲਾ ਦਿੱਤਾ, ਠੱਗਿਆ ਗਿਆ। ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕੀਤਾ, ਵਾਹਿਗੁਰੂ ਨਾਲ ਜੁੜਿਆ ਹੀ ਨਹੀਂ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਭੁੱਲ ਗਿਆ, ਠੱਗਿਆ ਗਿਆ। ਦੁਨੀਆ ਖੇਲ ਬੁਰਾ ਰੁੱਠ ਤੁੱਠਾ, ਦੁਨੀਆ ਦੀ ਖੇਡ ਬੁਰੀ ਆ, ਇੱਥੇ ਪਤਾ ਨਹੀਂ ਲੱਗਦਾ। ਦੇਖੋ ਜਿਵੇਂ ਆਪਣਾ ਬੱਚਾ, ਆਪਣੇ ਘਰ ਜਨਮ ਹੋਇਆ ਬੱਚੇ ਦਾ, ਤੇ ਆਪਾਂ 2-2.5 ਸਾਲਾਂ ਤੋਂ ਸਕੂਲ ਪਾ ਦਿੰਦੇ ਹਾਂ ਉਹਨੂੰ। ਸੋ ਪੜ੍ਹਨਾ ਆ, ਪੜ੍ਹਾਈ ਆ ਉਹਦੇ ਸਾਹਮਣੇ ਬਸ 10-15 ਸਾਲ। ਤੇ ਰੇਸ ਆ ਪੜ੍ਹਾਈ ਦੇ ਵਿੱਚ ਵੀ, ਨੰਬਰ ਕਿਉਂ ਘੱਟ ਆ ਗਏ, ਫਸਟ ਕਿਉਂ ਨਹੀਂ ਆਇਆ, ਸੈਕੰਡ ਕਿਉਂ ਨਹੀਂ ਆਇਆ। ਸਾਰੀ ਉਮਰ ਰੇਸ ਹੀ, ਮੁੜ ਕੇ ਫਿਰ ਅੱਗੇ ਨੌਕਰੀ ਆ। ਫਿਰ ਮੁੜ ਕੇ 20-30 ਸਾਲ ਨੌਕਰੀ ਕਰਦਾ ਰਹੂਗਾ, ਉਹਨੇ ਚਿਰ ਨੂੰ ਬੁੱਢਾ ਹੋ ਜਾਊਗਾ। ਫਿਰ ਜਾਣ ਦੀ ਤਿਆਰੀ ਹੋ ਜਾਂਦੀ ਹੈ। ਤੇ ਰੱਬ ਦਾ ਤਾਂ ਪਤਾ ਹੀ ਨਹੀਂ ਲੱਗਾ, ਦੱਸਿਆ ਹੀ ਨਹੀਂ ਕਿਸੇ ਨੇ। ਮਾਂ ਪਿਓ ਨੇ ਨਹੀਂ ਦੱਸਿਆ ਵੀ ਪੁੱਤਰ ਤੂੰ, ਬੱਚੇ ਤੂੰ ਤਾਂ ਰੱਬ ਨੂੰ ਮਿਲਣ ਆਇਆ ਆ, ਤੂੰ ਵਾਹਿਗੁਰੂ ਨੂੰ ਮਿਲ, ਤੂੰ ਭਗਤੀ ਕਰ, ਨਹੀਂ ਦੱਸਿਆ। ਕੋਈ ਨਹੀਂ ਦੱਸਦਾ।
ਦੁਨੀਆ ਖੇਲ ਬੁਰਾ ਰੁੱਟ ਉਠਾ। ਔਰ ਦੁਨੀਆ ਦਾ ਸਿਸਟਮ ਇਦਾਂ ਦਾ ਬਣਿਆ ਹੋਇਆ ਕਿ ਬੰਦਾ ਸਮਝਦਾ ਕਿ ਮੈਂ ਤੇ ਕਰ ਹੀ ਨਹੀਂ ਸਕਦਾ ਭਗਤੀ, ਮੇਰਾ ਕੰਮ ਹੀ ਨਹੀਂ ਆ ਭਗਤੀ ਕਰਨੀ। ਸਾਨੂੰ ਇਦਾਂ ਲੱਗਦਾ ਕਿ ਡੇਰਿਆਂ 'ਚ ਬਾਬਿਆਂ ਦਾ ਕੰਮ ਆ ਭਗਤੀ ਕਰਨੀ, ਸਾਡਾ ਕੰਮ ਥੋੜੀ ਹੈਗਾ ਆ। ਗੁਰਦੁਆਰੇ ਭਾਈ ਦਾ ਕੰਮ ਆ ਪਾਠ ਕਰਨਾ, ਸਾਡਾ ਕੰਮ ਥੋੜੀ ਹੈਗਾ ਆ। ਰੋਜ਼ ਗੁਰਦੁਆਰੇ ਕੀ ਕਰਨਾ ਆ, ਅਸੀਂ ਇਦਾਂ ਸੋਚਦੇ ਆ। ਸੋ ਇਹ ਦੁਨੀਆ ਖੇਲ ਬੁਰਾ ਰੁੱਟ, ਇਹ ਖੇਡ ਹੀ ਬੁਰੀ ਹੈ। ਤੇ ਜੇ ਆਪਾਂ ਗੁਰੂ ਸਾਹਿਬ ਕੋਲੋਂ ਸਮਝੀਏ ਤੇ ਹੋ ਸਕਦੀ ਆ। ਦਸੇ ਪਾਤਸ਼ਾਹੀਆਂ ਦੇ ਵਿਆਹ ਹੋਏ, ਬੱਚੇ ਵੀ ਸੀ, ਗ੍ਰਸਤੀ ਜੀਵਨ ਵੀ ਸੀ, ਤੇ ਸਾਰੀ ਉਮਰ ਪ੍ਰਚਾਰ ਕੀਤਾ ਗੁਰੂ ਪਾਤਸ਼ਾਹ ਨੇ, ਦਸਾਂ ਪਾਤਸ਼ਾਹੀਆਂ ਨੇ ਲਗਾਤਾਰ ਪ੍ਰਚਾਰ ਕੀਤਾ, ਸਾਲਾਂ ਬੱਧੀ ਪ੍ਰਚਾਰ ਹੀ ਕਰਦੇ ਰਹੇ ਗੁਰੂ ਸਾਹਿਬ। ਖਰਚੇ ਚੱਲੇ ਉਹਨਾਂ ਦੇ ਆਇਆ ਜਾ ਸਕਦਾ ਆ। 24 ਘੰਟੇ ਦਿੰਦਾ ਵਾਹਿਗੁਰੂ, 2.5 ਘੰਟੇ ਦਾ ਦਸਵੰਧ ਬਣਦਾ ਹੈ, ਰੋਜ਼ 2.5 ਘੰਟੇ ਗੁਰਦੁਆਰੇ ਆਇਆ ਜਾ ਸਕਦਾ ਆ। ਗੁਰਦੁਆਰੇ ਆ ਕੇ ਭਗਤੀ ਕੀਤੀ ਜਾ ਸਕਦੀ ਆ, ਗੁਰਬਾਣੀ ਦੀ ਵਿਚਾਰ ਹੋ ਸਕਦੀ ਆ। ਸੋ ਬੜੇ ਆਰਾਮ ਨਾਲ ਹੋ ਸਕਦਾ ਆ ਸਾਰਾ। ਪਰ ਜੇ ਕਰਨਾ ਹੋਏ ਤਾਂ, ਜਾਂ ਕਹਿ ਲਓ ਗੁਰੂ ਸਾਹਿਬ ਦੀ ਮਿਹਰ ਹੋਏ ਤਾਂ, ਜੇ ਬਖਸ਼ਿਸ਼ ਹੋਏ ਤਾਂ ਹੋ ਸਕਦਾ ਆ। ਜੇ ਬਖਸ਼ਿਸ਼ ਨਾ ਹੋਏ ਤੇ ਇੱਥੇ ਪਤਾ ਹੀ ਨਹੀਂ ਲੱਗਦਾ ਕਿ ਇਹਨੂੰ ਵੀ ਕਰਨਾ ਕੀ ਆ। ਦੁਨੀਆ ਖੇਲ ਬੁਰਾ ਰੁੱਟ ਉਠਾ, ਸਿਦਕ ਸਬੂਰੀ ਸੰਤ ਨਾ ਮਿਲਿਓ, ਵੱਤੇ ਆਪਣ ਭਾਣੀਆਂ, ਸਿਦਕ ਦਾ ਸਬਰ ਦਾ ਦਾਤਾ ਗੁਰੂ ਨਾਨਕ ਮਿਲਿਆ ਹੀ ਨਹੀਂ। ਸੋ ਆਪਣੇ ਭਾਣੇ ਵਿਚਾਰੇ ਚੱਲਦੇ ਜਾਂਦੇ ਆ ਸਾਰੇ ਜੀਵ। ਸੋ ਆਪਣੇ ਭਾਣੇ ਮਨ ਮੌਜਾਂ ਹੀ ਕਰਦੇ ਰਹਿੰਦੇ, ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕੀ ਹੈ। ਜਿਵੇਂ ਜੀ ਕਰਦਾ ਆ ਉਵੇਂ ਹੀ ਤੁਰੇ ਜਾਂਦੇ ਆ, ਕੁਰੈਤਾਂ ਕਰਦੇ ਰਹਿੰਦੇ ਆ, ਰੱਬ ਦਾ ਨਾਮ ਲੈਂਦੇ ਨਹੀਂ, ਰੱਬ ਨਾਲੋਂ ਦੂਰ ਹੀ ਰਹਿ ਜਾਂਦੇ ਆ ਤੇ ਨਰਕਾਂ 'ਚ ਚਲੇ ਜਾਂਦੇ ਆ। ਕਿਉਂ? ਸਿਦਕ ਦਾ ਸਬਰ ਦਾ ਦਾਤਾ ਗੁਰੂ ਨਾਨਕ ਨਹੀਂ ਮਿਲਿਆ, ਜਿਹੜਾ ਸਮਝਾਉਂਦਾ, ਜਿਹੜਾ ਦੇਵੀ ਗੁਣਾਂ ਦੀ ਸਾਂਝ ਕਰਾਉਂਦਾ, ਦੇਵੀ ਗੁਣ ਬਖਸ਼ਦਾ, ਸਿੱਖੀ ਸਿਦਕ ਬਖਸ਼ਦਾ, ਸਬਰ ਬਖਸ਼ਦਾ, ਸੰਤੋਖ ਬਖਸ਼ਦਾ। ਗੱਲ ਸਮਝ ਆਉਂਦੀ ਕਿ ਨਹੀਂ, ਜਿੱਥੇ ਕਿਰਤ ਵਿਰਤ ਕਰਨੀ ਆ, ਨਾਮ ਵੀ ਜਪਣਾ ਆ, ਸੰਗਤ ਵੀ ਕਰਨੀ ਆ, ਵਾਹਿਗੁਰੂ ਨਾਲ ਵੀ ਜੁੜਨਾ ਆ। ਉਹ ਤਾਂ ਹੀ ਸਮਝ ਆਉਂਦੀ ਗੁਰੂ ਨਾਨਕ ਮਿਲਦਾ। ਗੁਰੂ ਪਾਤਸ਼ਾਹ ਸਿਰ ਤੇ ਹੱਥ ਰੱਖਦੇ, ਆਪਣਾ ਪੁੱਤਰ ਬਣਾਉਂਦੇ, ਅੰਮ੍ਰਿਤ ਦੀ ਦਾਤ ਦਿੰਦੇ, ਬਾਣੀ ਨਾਲ ਜੋੜਦੇ, ਸੰਗਤ ਨਾਲ ਜੋੜਦੇ, ਗੱਲ ਸਮਝ ਆਉਂਦੀ। ਤੇ ਉਹ ਗੁਰੂ ਪਾਤਸ਼ਾਹ ਮਿਲੇ ਨਹੀਂ। ਸਿਦਕ ਸਬੂਰੀ ਸੰਤ ਨਾ ਮਿਲਿਓ, ਵੱਤੇ ਆਪਣ ਭਾਣੀਆਂ। ਸੋ ਆਪਣੇ ਭਾਣੇ ਵਿਚਾਰੇ ਚੱਲੀ ਜਾਂਦੇ ਸਾਰੇ, ਕਿਸੇ ਨੂੰ ਕੁਛ ਪਤਾ ਹੀ ਨਹੀਂ ਕਿ ਕੀ ਕਰਨਾ ਆ। ਮੌਲਾ ਖੇਲ ਕਰੇ ਸਭ ਆਪੇ, ਵਾਹਿਗੁਰੂ ਆਪ ਹੀ ਆਪਣੀ ਖੇਡ ਖੇਡ ਰਿਹਾ ਆ। ਸਾਰੀ ਖੇਡ ਵਾਹਿਗੁਰੂ ਦੇ ਹੱਥ 'ਚ ਆ। ਇੱਕ ਕੱਢੇ ਇੱਕ ਲਹਿਰ ਵਿਆਪੇ, ਕਈਆਂ ਨੂੰ ਕੱਢ ਲੈਂਦਾ ਆ, ਬਾਣੀ ਨਾਲ ਜੋੜਦਾ ਆ, ਅੰਮ੍ਰਿਤ ਦੀ ਦਾਤ ਦਿੰਦਾ ਆ, ਨਾਮ ਨਾਲ ਜੋੜਦਾ ਆ, ਅੰਮ੍ਰਿਤ ਵੇਲਾ ਬਖਸ਼ਦਾ ਆ, ਬਾਣੀ ਦੀ ਸੋਝੀ ਬਖਸ਼ਦਾ ਆ, ਸੰਗਤ ਬਖਸ਼ਦਾ ਆ, ਚਰਨ ਤੋੜ ਦਿੰਦਾ ਆ, ਕੱਢ ਲੈਂਦਾ ਆ, ਸੱਚਖੰਡ ਲੈ ਜਾਂਦਾ ਆ, ਸੁਰਤੀ ਲਵਾ ਦਿੰਦਾ ਆ ਕਈਆਂ ਨੂੰ। ਇੱਕ ਲਹਿਰ ਵਿਆਪੇ ਤੇ ਕਈਆਂ ਨੂੰ ਇਹ ਮਾਇਆ ਦੀ ਲਹਿਰ 'ਚ ਹੀ ਰੋੜ ਦਿੰਦਾ ਆ। ਉਹ ਮਾਇਆ 'ਚ ਹੀ ਰੁੜ ਜਾਂਦੇ ਆ, ਕੁਰੈਤਾਂ ਹੀ ਕਰਦੇ ਰਹਿੰਦੇ ਆ। ਸਰੀਰਕ ਪੱਖ ਹੀ ਹਾਵੀ ਰਹਿੰਦਾ ਆ, ਸਰੀਰ ਤੱਕ ਹੀ ਖੜੇ ਰਹਿੰਦੇ ਆ, ਬਸ ਆਪਣੇ ਮਨ ਦੇ ਪਿੱਛੇ ਤੁਰਦੇ ਰਹਿੰਦੇ, ਗੁਰੂ ਸਾਹਿਬ ਦੀ ਗੱਲ ਨਹੀਂ ਸੁਣਦੇ। ਉਹ ਰੁੜ ਜਾਂਦੇ ਆ, ਫਿਰ ਜੰਮਣ ਮਰਨ ਦੇ ਗੇੜ 'ਚ ਪੈ ਜਾਂਦੇ ਆ। ਜਿਉਂ ਨਚਾਏ ਤਿਉ ਤਿਉ ਨੱਚਣ, ਸਿਰ ਸਿਰ ਕਿਰਤ ਵਿਹਾਣੀਆਂ। ਜਿਵੇਂ ਜਿਵੇਂ ਵਾਹਿਗੁਰੂ ਨਚਾਉਂਦਾ ਆ, ਤਿਵੇਂ ਤਿਵੇਂ ਜੀਵ ਨੱਚ ਰਹੇ ਆ। ਸਾਰਿਆਂ ਦੇ ਸਿਰ ਤੇ ਉਹ ਕਿਰਤ ਪਈ ਹੋਈ ਆ, ਜਿਵੇਂ ਪੁਤਲੇ ਨਹੀਂ ਆ। ਸੋ ਬਸ ਮਾਟੀ ਕੇ ਹਮ ਪੁਤਲੇ, ਮਾਨਸ ਰਾਖਿਓ ਨਾਉ, ਅਸੀਂ ਮਿੱਟੀ ਦੇ ਪੁਤਲੇ ਹੀ ਆ। ਸੋ ਸਾਡੀ ਸਾਰਿਆਂ ਦੀ ਡੋਰ ਵਾਹਿਗੁਰੂ ਦੇ ਹੱਥ 'ਚ ਆ। ਜੀ ਜੰਦ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਸਾਰਿਆਂ ਦੀ ਡੋਰ ਵਾਹਿਗੁਰੂ ਦੇ ਹੱਥ 'ਚ ਆ, ਕਰਮਾਂ ਦੀ ਡੋਰ ਆ। ਜਿਉਂ ਨਚਾਏ ਤਿਉਂ ਤਿਉਂ ਨੱਚਣ, ਜਿਵੇਂ ਦੇ ਕਰਮ ਆ ਉਵੇਂ ਜੀਵਨ